ਅੱਜ ਦੀ ਡੇਟ ਵਿੱਚ ਤੇ ਮੈਂ ਸੋਸ਼ਲ ਮੀਡੀਆ ਤੇ ਉੱਤੇ ਹੀ ਟਰਸਟ ਕਰਦਾ ਹਾਂ। ਇਹਦੇ ਤੇ ਉਹਨਾਂ ਨੇ ਨਿਊਜ਼ ਸਵਾਏ ਮੋਦੀ ਦੀ ਅੱਛਾਈ ਤੋਂ ਦਿਖਾਣੀ ਹੋਈ ਨਹੀਂ। ਅਗਰ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਕਿਸਾਨ ਅੰਦੋਲਨ ਦਾ ਪਤਾ ਹੀ ਨਹੀਂ ਲੱਗਣਾ ਸੀ। ਨੈਸ਼ਨਲ ਦੇ ਵਿੱਚ ਜਿਹੜੀਆਂ ਮਲਟੀ ਖਬਰਾਂ ਜਿਹੜੀਆਂ ਨੇ ਉਹ ਦਿਖਿਆ ਜਾਂਦੀਆਂ ਨਾ, ਉਹ ਤਾਂ ਪਰੋਸਿਆ ਜਾਂਦਾ ਕਿ ਵੀ ਤੁਸੀਂ ਆਹ ਦੇਖਣਾ, ਉਹ ਤਾਂ ਇੱਕ ਗੱਲ ਦੂਸਰੀ ਗੱਲ ਹੀ ਨਹੀਂ ਕਰਦੇ। ਇੰਨੀ ਜ਼ਰੂਰਤ ਅੰਗਰੇਜ਼ਾਂ ਨੇ ਵੀ ਨਹੀਂ ਸੀ ਕੀਤੀ। ਕਿ ਸੋਸ਼ਲ ਮੀਡੀਆ ਤੇ ਵੀ ਸਾਰਾ ਕੁਝ ਠੀਕ ਨਹੀਂ ਹੁੰਦਾ, ਉਸ ਵਿੱਚ ਕੁਝ ਵਧਾ ਚੜਾ ਕੇ ਗੱਲਾਂ ਕਹੀਆਂ ਹੁੰਦੀਆਂ, ਕੁਝ ਉਹਨਾਂ ਦੇ ਟਾਈਟਲ ਹੋਰ ਹੁੰਦੇ ਆ, ਅੰਦਰ ਕੁਝ ਹੋਰ ਹੁੰਦਾ ਕਿ ਸਾਡੇ ਲੀਡਰ ਜਿਹੜੇ ਹੁਣ 2014 ਤੋਂ ਆਏ ਜ਼ਿਆਦਾ ਅਨਪੜ੍ਹਾਂ ਦੇ ਹੱਥ ਵਿੱਚ ਸਾਡਾ ਦੇਸ਼ ਆ ਗਿਆ ਹੈ। ਪੀਪਲ ਆਰ ਮੋਰ ਐਜੂਕੇਟਡ। ਹੈਵ ਯੂ ਫੋਰਗੋਟਨ 1968 ਜਦੋਂ ਰਿਸ਼ਤੇਦਾਰ ਨੂੰ ਰੋਟੀ ਖਵਾਉਣ ਲਈ ਨਹੀਂ ਸੀ ਕਣਕ ਦੀ ਮਿਲਦੀ ਹੁੰਦੀ। ਸਤਿ ਸ਼੍ਰੀ ਅਕਾਲ। ਵੌਇਸ ਆਫ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਪ੍ਰਦੀਪ ਪਟੋਲ ਤੇ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਣ ਜਾ ਰਹੇ ਹਾਂ ਕਿ ਨੈਸ਼ਨਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਵਿੱਚ ਕੀ ਕੁਝ ਅੰਤਰ ਹੈ ਤੇ ਅਸੀਂ ਕੁਝ ਲੋਕਾਂ ਦੇ ਨਾਲ, ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਕੀ ਕੁਝ ਕਹਿ ਰਹੇ ਨੇ, ਆਓ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ, ਤੁਸੀਂ ਨੈਸ਼ਨਲ ਮੀਡੀਆ ਜ਼ਿਆਦਾ ਦੇਖਦੇ ਹੋ ਜਾਂ ਫਿਰ ਸੋਸ਼ਲ ਮੀਡੀਆ? ਦੋਨੇ ਨੈਸ਼ਨਲ ਜ਼ਿਆਦਾ, ਸੋਸ਼ਲ ਦਾ ਥੋੜਾ ਜਿਹਾ ਘੱਟ। ਤੁਹਾਨੂੰ ਫਿਰ ਇਹਨਾਂ 'ਚ ਕੀ ਫਰਕ ਲੱਗਦਾ? ਜਿਹੜਾ ਨੈਸ਼ਨਲ ਹੈ ਉਹ ਥੋੜਾ ਜਿਹਾ ਕਿਸੇ ਹੋਰ ਪਾਸੇ ਜਾਇਆ ਹੋਇਆ ਹੈ ਤੇ ਜਿਹੜਾ ਸੋਸ਼ਲ ਮੀਡੀਆ ਹੈਗਾ ਉਹ ਸਾਰਾ ਕੁਝ ਜ਼ਿਆਦਾ ਠੀਕ ਦੱਸ ਰਿਹਾ। ਜਿਵੇਂ ਹੁਣ ਕਿਸਾਨੀ ਮੁੱਦਾ ਚੱਲ ਰਿਹਾ ਹੈ ਤੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ, ਉੱਥੇ ਹੀ ਬੰਗਾਲ ਦੇ ਵਿੱਚ ਜਿਹੜੇ ਆ ਕਿਸਾਨ ਪਹੁੰਚੇ ਨੇ ਤੇ ਨੈਸ਼ਨਲ ਮੀਡੀਆ ਕਹਿ ਲਓ ਕਿ ਉਹ ਕਿਸਾਨਾਂ ਦੀ ਤਸਵੀਰ ਨਹੀਂ ਦਿਖਾ ਰਿਹਾ। ਜ਼ਿਆਦਾਤਰ ਫਿਰ ਜਿਹੜੇ ਆ ਆਪਣਾ ਕਹਿ ਲਓ ਕਿ ਪੰਜਾਬੀ ਮੀਡੀਆ ਜ਼ਿਆਦਾ ਦਿਖਾ ਰਿਹਾ ਜਾਂ ਫਿਰ ਸੋਸ਼ਲ ਮੀਡੀਆ ਵਾਲੇ ਦਿਖਾ ਰਹੇ ਨੇ। ਤੁਹਾਨੂੰ ਕੀ ਲੱਗਦਾ ਇਸ 'ਤੇ ਤੁਹਾਡਾ ਕੀ ਕੁਝ ਕਹਿਣਾ? ਸੋਸ਼ਲ ਮੀਡੀਆ ਜ਼ਿਆਦਾ ਦਿਖਾ ਰਿਹਾ ਹੈਗਾ। ਨੈਸ਼ਨਲ ਦੇ ਵਿੱਚ ਇੱਕ ਦੋ ਚੈਨਲ ਹੈ ਜਿਹਦੇ ਵਿੱਚ NDTV ਖਾਸ ਕਰਕੇ ਵਿਸ਼ੇਸ਼ ਹੈ ਤੇ ਹੋਰ ਪੰਜਾਬ ਦੇ ਹੈਗੇ ਚੜ੍ਹਦੀ ਕਲਾ ਤੇ PTC, ਇਹ ਅਸਲੀ ਤਸਵੀਰ ਇਹ ਦਿਖਾਉਂਦੇ ਨੇ। ਬਾਕੀ ਹੋਰ ਤਾਂ ਕੂੜ ਪ੍ਰਚਾਰ ਕਰ ਹੀ ਰਹੇ ਨੇ ਜਿਹੜੇ ਨੈਸ਼ਨਲ ਮੀਡੀਆ ਵਾਲੇ। ਸਰ, ਤੁਹਾਡਾ ਕੀ ਕਹਿਣਾ ਇਸ 'ਤੇ? ਮੈਂ ਜੀ ਸੋਸ਼ਲ ਮੀਡੀਆ ਜ਼ਿਆਦਾ ਦੇਖਦਾ। ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਨੈਸ਼ਨਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਵਿੱਚ ਕਿੰਨਾ ਕੁ ਫਰਕ? ਨਹੀਂ, ਬਹੁਤ ਫਰਕ ਹੈ। ਅਸਲੀਅਤ ਹੈ, ਨਾਲ ਦੀ ਨਾਲ ਛੋਟੀ ਤੋਂ ਛੋਟੀ ਗੱਲ ਵੀ ਪਕੜ ਰਹੇ ਨੇ, ਆਮ ਪਬਲਿਕ ਤੱਕ ਪਹੁੰਚ ਰਹੀ ਹੈ। ਉਹ ਨੈਸ਼ਨਲ ਮੀਡੀਆ ਉਹ ਖਰੀਦਿਆ ਜਾ ਚੁੱਕਿਆ ਹੈ। ਫਿਰ ਹੁਣ ਜਿਵੇਂ ਕਿਸਾਨੀ ਅੰਦੋਲਨ ਦਾ ਉਹ ਕਵਰੇਜ ਵੀ ਨਹੀਂ ਦਿਖਾ ਰਹੇ ਇੰਨੀ, ਤਾਂ ਉਸ 'ਤੇ ਤੁਹਾਡਾ ਕੀ ਕੁਝ ਕਹਿਣਾ? ਨਹੀਂ, ਕਵਰੇਜ ਤਾਂ ਹੁਣ ਉਹ ਗਵਰਨਮੈਂਟ ਦੇ ਅੰਡਰ ਹੈ ਜੀ। ਗਵਰਨਮੈਂਟ ਨੇ ਪੈਸੇ ਦਿੱਤੇ ਹੈ ਤੇ ਉਹਨੇ ਕਿਵੇਂ ਦਿਖਾਣਾ ਹੈ? ਫਿਰ ਕੀ ਕੁਝ ਕਹਿਣਾ ਚਾਹੋਗੇ ਕਿ ਅਪੀਲ ਕਰ? ਸੋਸ਼ਲ ਮੀਡੀਆ ਬਹੁਤ ਇੰਪੋਰਟੈਂਟ ਕੰਮ ਕਰ ਰਿਹਾ ਜੀ। ਆਮ ਪਬਲਿਕ ਤੱਕ ਪਹੁੰਚ ਰਹੀ ਹੈ, ਅਸਲੀਅਤ ਪਹੁੰਚ ਰਹੀ ਹੈ ਜੀ। ਅਗਰ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਕਿਸਾਨ ਅੰਦੋਲਨ ਦਾ ਪਤਾ ਹੀ ਨਹੀਂ ਲੱਗਣਾ ਸੀ ਕੀ ਹੋ ਰਿਹਾ ਕੀ ਨਹੀਂ। ਅਸਲੀ ਮੁੱਦੇ ਦਿਖਾਈ ਨਹੀਂ ਜਾ ਰਹੇ। ਅਸਲੀ ਮੁੱਦੇ ਦਿਖਾਉਂਦੇ ਨਹੀਂ। ਉਹ ਤਾਂ ਮੋਦੀ ਉਹ ਤਾਂ ਪਰੋਸਿਆ ਜਾਂਦਾ ਕਿ ਵੀ ਤੁਸੀਂ ਆਹ ਦੇਖਣਾ, ਉਹ ਤਾਂ ਇੱਕ ਗੱਲ ਦੂਸਰੀ ਗੱਲ ਹੀ ਨਹੀਂ ਕਰਦੇ। ਖਰੀਦਿਆ ਹੀ ਜਾ ਚੁੱਕਿਆ ਉਹ ਸਾਰਾ ਜਿਹੜਾ ਵੈਸੇ ਨੈਸ਼ਨਲ ਹੈ ਨਾ, ਨੈਸ਼ਨਲ ਦਾ ਇਹ ਸਾਰਾ ਖਰੀਦਿਆ ਹੋਇਆ। ਦੇਖੋ ਇਹਦੇ ਤੇ ਉਹਨਾਂ ਨੇ ਨਿਊਜ਼ ਸਵਾਏ ਮੋਦੀ ਦੀ ਅੱਛਾਈ ਤੋਂ ਦਿਖਾਣੀ ਹੋਈ ਨਹੀਂ, ਦਿਖਾਣੇ ਨਹੀਂ, ਕਿਉਂਕਿ ਉਹਨਾਂ ਨੇ ਖਰੀਦਿਆ ਹੋਇਆ। ਕਦੀ ਅੱਜ ਤੱਕ ਤੁਹਾਨੂੰ ਦਿੱਲੀ ਦੇ ਬਾਰੇ ਦੱਸਿਆ ਉਹਨਾਂ ਨੇ, ਦਿੱਲੀ 'ਚ ਕੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਕੋਈ ਕਿਸਾਨਾਂ ਨਾਲ ਕੀ ਮਾੜਾ ਹੋਇਆ ਕੀ ਚੰਗਾ? ਜਦੋਂ ਟੈਂਟ ਖਾਲੀ ਹੋ ਜਾਂਦੇ ਨੇ ਉਹ ਦਿਖਾਉਂਦੇ ਨੇ ਜੀ ਕਿਸਾਨ ਚਲੇ ਗਏ ਨੇ, ਕੋਈ ਨਹੀਂ ਚਲੇ ਗਏ ਨੇ। ਤੁਸੀਂ ਅੱਜ ਮੋਹਾਲੀ ਦੇ ਹਰ ਕਾਰਨਰ 'ਤੇ ਜਾਓ, ਰਾਤ ਨੂੰ ਜਾਓ, ਸ਼ਾਮ ਨੂੰ ਬੱਚੇ ਖੜੇ ਹੁੰਦੇ ਨੇ, ਲੇਡੀਜ਼ ਖੜੀ ਹੁੰਦੀ ਨੇ, ਸਾਡੇ ਖੜੇ ਹੁੰਦੇ ਨੇ। ਇਹ ਤਾਂ ਸੋਸ਼ਲ ਮੀਡੀਆ ਹੀ ਇਹਨੂੰ ਦੱਸ ਸਕਦਾ। ਅਦਰਵਾਈਜ਼ ਇਹਨਾਂ ਨੇ ਤਾਂ ਅੱਗੇ ਨਹੀਂ ਆਉਣ ਹੀ ਨਹੀਂ ਦੇਣੀ। ਕੋਈ ਨੈਸ਼ਨਲ ਮੀਡੀਆ ਤਾਂ ਬਿਲਕੁਲ ਹੀ ਬੇਕਾਰ ਹੈ ਇੰਡੀਆ 'ਚ। ਨੈਸ਼ਨਲ ਮੀਡੀਆ ਤਾਂ ਸਿਰਫ ਇੱਕ NDTV ਥੋੜ੍ਹਾ ਬਹੁਤਾ ਮਾੜਾ ਦੱਸਦਾ ਹੈ, ਪਰ ਉਹਦੇ 'ਤੇ ਵੀ ਇਹਨਾਂ ਨੇ ਸਖਤੀ ਕੀਤੀ ਹੋਈ ਹੈ ਬਈ ਅਸੀਂ ਇਹ ਨਹੀਂ ਦਿਖਾਉਣ ਦੇਣਾ ਹੈ। ਤੁਹਾਨੂੰ ਕੀ ਪਤਾ, ਇੱਕ ਪਿੱਛੇ ਜੇ ਕਿਹੜਾ ਜਰਨਲਿਸਟ ਸੀ ABP ਨਿਊਜ਼ ਦਾ, ਉਹ ਜਰਨਲਿਸਟ ਨੇ ਰਿਜ਼ਾਈਨ ਕਰ ਦਿੱਤਾ ਕਿਉਂਕਿ ਉਹਨੂੰ ਕਿਹਾ ਗਿਆ ਸੀ ਵੀ ਤੂੰ ਗਲਤ ਦਿਖਾਣਾ ਵੀ। ਉਹ ਕਹਿੰਦਾ ਜੀ ਮੈਂ ਨਹੀਂ ਦਿਖਾਣਾ। 12 ਲੱਖ ਦਾ ਪੈਕੇਜ ਉਹਨੇ ਛੱਡ ਕੇ ਉਹਨੇ ਰਿਜ਼ਾਈਨ ਕਰ ਦਿੱਤਾ। ਕਿਉਂ ਕੀਤਾ ਉਹਨੇ ਰਿਜ਼ਾਈਨ? ਕਿਉਂਕਿ ਇਹ ਜਿਹੜੀ ਸਰਕਾਰ ਹੈ ਨਾ, ਇਹ ਸਰਕਾਰ ਦਾ ਦੇਖੋ ਜੀ, ਜੇ ਤਖਤਾ ਪਲਟ ਹੋਏਗਾ ਤੇ ਹਿੰਦੁਸਤਾਨ ਦਾ ਕੋਈ ਸੁਧਾਰ ਹੋਏਗਾ, ਨਹੀਂ ਤਾਂ ਫਿਰ ਜਿਹੜਾ ਬੰਗਲਾਦੇਸ਼ ਦਾ ਵੀ ਰੁਪਈਆ ਹਿੰਦੁਸਤਾਨ ਤੋਂ ਜ਼ਿਆਦਾ ਹੋ ਗਿਆ। ਤੁਹਾਨੂੰ ਪਤਾ ਲੱਗ ਹੀ ਗਿਆ, ਇਹ ਬੰਗਲਾਦੇਸ਼ ਦਾ ਰੁਪਈਆ ਹਿੰਦੁਸਤਾਨ ਤੋਂ ਜ਼ਿਆਦਾ ਹੋ ਗਿਆ। ਜਿੱਥੇ ਬੰਗਲਾਦੇਸ਼ ਡਾਊਨ ਸੀ, ਇਹਦੀ ਕਰੰਸੀ ਅਪ ਹੈ ਇਸ ਟਾਈਮ, ਤੇ ਕੀ ਬਣੇਗਾ ਹਿੰਦੁਸਤਾਨ ਦਾ? ਇਹ ਤਾਂ ਦੇਖੋ, ਅਸੀਂ ਹੁਣ ਇਸ ਮਸਲੇ 'ਚ ਇਕੱਠੇ ਹੋਏ ਸੀ। ਦੇਖੋ ਅਸੀਂ ਵੈਸੇ ਸਹੀ ਮਾਨੇ, ਤੁਸੀਂ ਤਾਂ ਇੰਟਰਵਿਊ ਲੈਣ ਆ ਗਏ, ਪੁੱਛ ਲਿਆ। ਅਸੀਂ ਸਰਬ ਸਾਂਝੀ ਪਾਰਟੀ ਦੀ ਤਰਫ ਤੋਂ ਇੱਥੇ ਇਕੱਠੇ ਹੋਏ ਸੀ। ਇਹ ਜਿਹੜੀ ਸਾਡੀ ਪਾਰਟੀ ਹੈ ਇਹ 2019 'ਚ ਰਜਿਸਟਰਡ ਹੋਈ ਸੀ ਤੇ ਇਹਨਾਂ ਦੇ ਜਿਹੜੇ ਚੇਅਰਮੈਨ ਨੇ ਮਿਸਟਰ ਨਰੇਸ਼ ਸੱਗਰ ਨੇ ਹੁਸ਼ਿਆਰਪੁਰ ਤੋਂ, ਤੇ ਹੁਸ਼ਿਆਰਪੁਰ, ਜਲੰਧਰ ਤੇ ਬਠਿੰਡਾ ਇਹ ਐਕਟਿਵ ਹੈ।
ਤੇ ਅਸੀਂ ਇਹ ਪਾਰਟੀ ਜਿਹੜੀ ਹੁਣ ਮੋਹਾਲੀ ਔਰ ਚੰਡੀਗੜ੍ਹ 'ਚ ਐਕਟਿਵ ਕਰਨ ਲੱਗੇ ਹਾਂ। ਅਸੀਂ ਸ਼ੁਰੂਆਤ ਕੀਤੀ ਹੈ ਬੰਦਿਆਂ ਨਾਲ, ਕਾਫੀ ਬੰਦੇ ਸਾਡੇ ਨਾਲ ਜੁੜ ਚੁੱਕੇ ਨੇ। ਪੰਜਾਬ 'ਚ ਤਾਂ ਜਿਹੜੇ ਮੈਂ 3 ਸ਼ਹਿਰ ਦੱਸੇ ਨੇ ਇਹਨਾਂ ਤਾਂ ਹਜ਼ਾਰੋਂ ਬੰਦੇ ਜੁੜ ਚੁੱਕੇ ਨੇ, ਇੱਥੇ ਵੀ ਸਾਡੇ ਨਾਲ ਸੈਂਕੜੋਂ ਬੰਦੇ ਜੁੜ ਚੁੱਕੇ ਨੇ। ਅੱਜ ਮੇਨ ਜਿਹੜੇ ਮੈਂਬਰਸ ਦੀ ਅੱਜ ਮੀਟਿੰਗ ਸੀ, ਲੇਕਿਨ ਕਿਸੇ ਵਜ੍ਹਾ ਨਾਲ ਘੱਟ ਆਏ ਨੇ, ਠੀਕ ਹੈ ਨਾ ਜੀ। ਤੇ ਇਹ ਅਸੀਂ ਮੀਟਿੰਗ 'ਚ ਅਸੀਂ ਇਹੀ ਡਿਸਾਈਡ ਕਰਨਾ ਆਏ ਸੀ, ਹੁਣ ਲੋਕ ਸਭਾ ਇਲੈਕਸ਼ਨ ਪੰਜਾਬ 'ਚ ਵੀ ਆਉਣ ਵਾਲੇ ਨੇ, ਇੱਥੋਂ ਵੀ ਲੜਾਂਗੇ। ਉਹ ਬੜੇ ਤਗੜੇ ਹੋ ਕੇ ਚੰਡੀਗੜ੍ਹ 'ਚ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਨੇ। ਅਸੀਂ ਮਤਲਬ ਇਲੈਕਸ਼ਨ ਲੜਨੇ ਨਹੀਂ ਹੈ, ਇਲੈਕਸ਼ਨ ਜਿੱਤਨੇ ਨੇ, ਲੋਕਾਂ ਦਾ ਦਿਲ ਜਿੱਤਣਾ ਹੈ। ਔਰ ਲੋਕ ਜਿਵੇਂ ਚੰਡੀਗੜ੍ਹ 'ਚ ਇਸ ਵਕਤ ਕਾਰਪੋਰੇਸ਼ਨ ਦਾ ਹਾਲ ਦੇਖੋ, ਸੜਕਾਂ ਉੱਥੇ ਟੁੱਟੀਆਂ ਪਈਆਂ ਨੇ, ਕਦੀ ਪਾਰਕਿੰਗ ਕਿਸੇ ਜਗ੍ਹਾ 40 ਕਰ ਦਿੰਦੇ ਨੇ, ਕਿਸੇ ਦਾ 30 ਕਰ ਦਿੰਦੇ ਨੇ, ਕਿਤੇ 20 ਕਰ ਦਿੰਦੇ ਨੇ, ਮਤਲਬ ਲੁੱਟ ਖਸੁੱਟ, ਕਦੀ ਪਾਣੀ ਦੇ ਪੈਸੇ ਵਧਾ ਤੇ, ਕਦੇ ਘਟਾ ਤੇ, ਕਦੀ ਬਿਜਲੀ ਨੂੰ ਪ੍ਰਾਈਵੇਟ ਕਰ ਦਿੱਤਾ। ਮਤਲਬ ਇਹ ਚੀਜ਼ ਅਸੀਂ ਹੋਣ ਨਹੀਂ ਦੇਣੀ। ਅਸੀਂ ਬੜੇ ਤਗੜੇ ਹੋ ਕੇ ਸਰਬ ਸਾਂਝੀ ਪਾਰਟੀ ਨੇ ਅਸੀਂ ਚੰਡੀਗੜ੍ਹ 'ਚ ਐਂਟਰ ਹੋਣਾ ਕਾਰਪੋਰੇਸ਼ਨ ਇਲੈਕਸ਼ਨ 'ਚ, ਔਰ ਪੂਰੇ ਅਸੀਂ ਵਾਰਡ 'ਚ ਪੂਰੇ ਕੈਂਡੀਡੇਟ ਖੜੇ ਕਰਨੇ ਨੇ, ਪੂਰੀ ਅਸੀਂ ਕੰਪੇਨਿੰਗ ਕਰਨੀ ਹੈ, ਲੋਕਾਂ ਨੂੰ ਵਿਸ਼ਵਾਸ ਦਿਵਾਉਣਾ, ਔਰ ਅਸੀਂ ਇਸ ਵਾਰੀ ਪੂਰੀ ਕੋਸ਼ਿਸ਼ ਕਰਨੀ ਹੈ ਵੀ ਤਗੜੇ ਹੋ ਕੇ ਅਸੀਂ ਸਰਬ ਸਾਂਝੀ ਪਾਰਟੀ ਨੂੰ ਅਸੀਂ ਪਾਵਰ 'ਚ ਲੈ ਕੇ ਆਈਏ। ਕਿਉਂਕਿ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਵੀ ਸਿਸਟਮ 'ਚ ਕੋਈ ਸੁਧਾਰ ਕਰਨਾ ਹੈ ਤਾਂ ਸਿਸਟਮ 'ਚ ਵੜਨਾ ਪਏਗਾ। ਸਿਸਟਮ ਤੋਂ ਬਾਹਰ ਤਾਂ ਅਸੀਂ ਰੌਲਾ ਹੀ ਪਾ ਸਕਦੇ, ਜਿਵੇਂ ਉਹਨੂੰ ਮੋਦੀ ਨੂੰ ਹੀ ਰੌਲਾ ਪਾ ਲਈਏ, ਕੁਝ ਨਹੀਂ ਬਣਨਾ। ਜੇ ਅਸੀਂ ਉੱਥੇ ਅਸੀਂ ਵੜ ਜਾਂਦੇ ਹਾਂ ਉਸ ਜਗ੍ਹਾ ਤੇ, ਫਿਰ ਸੁਧਾਰ ਹੋ ਸਕਦਾ। ਫਿਰ ਜਦੋਂ ਆਪੋਜੀਸ਼ਨ 'ਚ ਹੋਈਏ ਤਾਂ ਵੀ ਅਸੀਂ ਕੁਝ ਬੋਲ ਸਕਦੇ ਹਾਂ, ਤੇ ਬਾਹਰ ਆ ਕੇ ਤਾਂ ਡਿਸਕਸ਼ਨ ਨਹੀਂ ਹੋ ਸਕਦੀ, ਹੋਰ ਤਾਂ ਕੁਝ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ। ਜਿਵੇਂ ਹੁਣ ਆਪਾਂ ਗੱਲ ਕਿਸਾਨੀ ਮੁੱਦੇ ਦੀ ਕਰੀਏ ਤਾਂ ਕਿਸਾਨ ਅੰਦੋਲਨ ਜਾਰੀ ਹੈ, ਪਰ ਉੱਥੇ ਹੀ ਕਿਸਾਨ ਜਿਵੇਂ ਬੰਗਾਲ ਦੇ ਵਿੱਚ ਗਏ ਨੇ, ਉੱਥੇ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਭਾਜਪਾ ਦਾ ਵਿਰੋਧ ਕਰਨ ਦੇ ਲਈ। ਕਹਿ ਲਓ ਕਿ ਉਹਨਾਂ ਨੂੰ ਵੋਟ ਨਾ ਪਾਈ ਜਾਵੇ ਭਾਜਪਾ ਪਾਰਟੀ ਨੂੰ ਕਿਸੇ ਵੀ ਪੱਧਰ ਤੇ। ਪਰ ਇਸ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਕਿ ਜਿਹੜੀ ਇਹ ਭਾਜਪਾ ਪਾਰਟੀ ਹੈ ਉਹ ਕਿਸਾਨ ਜਿੱਤਣਗੇ ਜਾਂ ਫਿਰ ਕਹਿ ਲਓ ਕਿ ਭਾਜਪਾ ਦਾ ਕੁਝ ਬਣੇਗਾ? ਦੇਖੋ ਗੱਲ ਪਤਾ ਕਿ ਜਿੱਤਣ ਔਰ ਹਾਰਨ ਵਾਲੀ ਕਹਾਣੀ ਤਾਂ ਦੇਖੋ ਜੀ ਲੋਕਾਂ ਦਾ ਮਾਈਂਡ ਹੈ ਕੀ ਹੈ, ਪਰ ਅਦਰਵਾਈਜ਼ ਸਾਡੀ ਜਿਹੜੀ ਦਿਲੋਂ ਇੱਛਾ ਇਹੀ ਹੈ ਵੀ ਕਿਸਾਨਾਂ ਦੀ ਵੀ ਮੰਨੀ ਜਾਏ, ਮਮਤਾ ਬਨਰਜੀ ਦੀ ਵੀ ਮੰਨੀ ਜਾਵੇ। ਸਾਰੇ ਇਹਦੇ ਨਾਲ ਨੇ, ਈਵਨ ਦਿੱਲੀ ਸੀਐਮ ਵੀ ਇਹਨਾਂ ਦੇ ਨਾਲ ਹੈ, ਅਖਿਲੇਸ਼ ਯਾਦਵ ਇਹਨਾਂ ਦੇ ਨਾਲ ਹੈ, ਉਹ ਜਿਹੜਾ ਲੜਕਾ ਉਹਨਾਂ ਦੇ ਕੀ ਨਾਂ ਉਹਦਾ, ਲਾਲੂ ਪ੍ਰਸਾਦ ਯਾਦਵ ਦਾ, ਹਾਂ ਉਹ ਉਹਨਾਂ ਦੇ ਨਾਲ ਨੇ। ਤੇ ਸਾਡੀ ਸਭ ਦੀਆਂ ਇੱਛਾਵਾਂ ਇਹ ਹੈ ਵੀ ਬੀਜੇਪੀ ਹਾਰਨੀ ਚਾਹੀਦੀ ਹੈ, ਬਿਲਕੁਲ ਹਾਰਨੀ ਚਾਹੀਦੀ ਹੈ, ਤਾਂ ਕਿ ਇੱਕ ਇੱਕ ਕਰਕੇ ਸਾਰੀ ਸਟੇਟਾਂ 'ਚੋਂ ਖਤਮ ਹੋਵੇ ਤੇ ਹਿੰਦੁਸਤਾਨ ਦਾ ਸੁਧਾਰ ਹੋਵੇ। ਅਦਰਵਾਈਜ਼ ਤੁਹਾਡੇ ਸਾਹਮਣੇ ਹਾਲ ਤੁਸੀਂ ਦੇਖ ਹੀ ਲਓ ਕੀ ਛੱਡਿਆ ਕੀ ਹੈ ਇਹਦੇ 'ਚ। ਦੇਖੋ ਕੀ ਚੀਜ਼ ਇਹਨਾਂ ਨੇ ਛੱਡੀ ਹੈ, ਸਾਰੀ ਚੀਜ਼ ਇਹਨਾਂ ਨੇ ਪ੍ਰਾਈਵੇਟ ਕਰੀ ਜਾ ਰਹੇ ਆ, ਸਿਰਫ ਇੱਕ 5-7 ਬੰਦਿਆਂ ਦੇ ਪਿੱਛੇ ਲੱਗ ਕੇ। ਤੇ ਉਹਦੇ ਨਾਲ ਕੀ ਹੋਣਾ, ਗਰੀਬ ਬਹੁਤਾ ਗਰੀਬ ਹੋ ਜਾਣਾ, ਅਮੀਰ ਬਹੁਤਾ ਅਮੀਰ ਹੋ ਜਾਣਾ। ਇਸ ਤਰ੍ਹਾਂ ਨਹੀਂ ਨਾ, ਇਹ ਡੈਮੋਕ੍ਰੇਸੀ ਤਾਂ ਨਹੀਂ ਨਾ ਹੈ। ਇਹ ਤਾਂ ਫਿਰ ਇੱਕ ਜਿੱਥੇ ਦੇਖੋ ਜੀ ਵਿਰੋਧ ਦੇ ਵਿਰੋਧੀਆਂ ਨੂੰ ਮਾੜਾ ਕਿਹਾ ਜਾਂਦਾ ਨਾ, ਇਹ ਵੀ ਇਹ ਖਾਲਿਸਤਾਨੀ ਨੇ, ਫਲਾਣੇ ਨੇ, ਉਹ ਉੱਥੇ ਤਾਨਾਸ਼ਾਹੀ ਆ ਜਾਂਦੀ, ਡਿਕਟੇਟਰਸ਼ਿਪ। ਉੱਥੇ ਡਿਕਟੇਟਰਸ਼ਿਪ ਡੈਮੋਕ੍ਰੇਸੀ ਨਹੀਂ ਰਹਿੰਦੀ। ਡੈਮੋਕ੍ਰੇਸੀ ਦੇ ਵੀ ਜੇ ਲੋਕਾਂ ਦੀ ਚੱਲਦੀ ਹੈ, ਲੋਕਾਂ ਦਾ ਰਾਜ ਹੈ, ਲੋਕਾਂ ਦੇ ਨਾਲ ਹੈ, ਤਾਂ ਹੈ। ਇਹ ਕੋਈ ਡੈਮੋਕ੍ਰੇਸੀ ਥੋੜ੍ਹਾ ਹੈ। ਇਹ ਨਕਸਲ ਮੈਡਮ ਅਸੀਂ ਇਹ ਕਹਿ ਰਹੇ ਹਾਂ ਤੁਹਾਨੂੰ ਕਿ ਜਿਹੜਾ ਮੌਜੂਦਾ ਪੋਲੀਟੀਕਲ ਕਰੈਕਟਰ ਹੈਗਾ, ਸਾਰੀਆਂ ਜਿੰਨੀਆਂ ਸੋਸ਼ਲ ਮੀਡੀਆ ਹੈ ਜਾਂ ਨੈਸ਼ਨਲ ਮੀਡੀਆ ਦੀ ਤੁਸੀਂ ਗੱਲ ਕਰ ਰਹੇ ਹੈ, ਸਾਰੀ ਚੀਜ਼ਾਂ ਅੱਜ ਇੰਡੀਆ ਦੇ ਸੰਦਰਭ 'ਚ ਅਸੀਂ ਗੱਲ ਕਰੀਏ ਤੇ ਦੇ ਆਰ ਕਨੈਕਟਡ ਟੂ ਪੋਲੀਟੀਕਲ ਪਾਰਟ। ਤਾਂ ਪੋਲੀਟੀਕਲ ਕਰੈਕਟਰ ਜਿਹੜਾ ਹੈਗਾ ਇਸ ਵਕਤ ਦੈਟ ਰਿਕੁਆਇਰਸ ਲਿਟਲ ਇੰਪਰੂਵਮੈਂਟ, ਕਿਉਂਕਿ ਉਹ ਸਾਡੇ ਜਿਹੜੇ ਮੌਲਿਕ ਚੀਜ਼ਾਂ ਹੈ, ਸਾਡੀ ਬੇਸਿਕ ਚੀਜ਼ਾਂ ਹੈ, ਉਹਨਾਂ 'ਚ ਅਸੀਂ ਲੋਕਾਂ ਨੂੰ ਚੁਣ ਕੇ ਭੇਜਦੇ ਹਾਂ ਅੱਗੇ, ਬਟ ਉਹ ਉਦੋਂ ਤੱਕ ਹੀ ਸਾਡੀਆਂ ਚੀਜ਼ਾਂ ਬਾਰੇ ਜਾਂ ਸਾਡੀਆਂ ਜ਼ਰੂਰਤਾਂ ਜਾਂ ਸਾਡੇ ਜੋ ਪ੍ਰੋਬਲਮਸ ਹੈਗੀਆਂ ਉਹਨਾਂ ਬਾਰੇ ਉਦੋਂ ਹੀ ਉਹ ਸੁਚੇਤ ਹੁੰਦੇ ਜਦੋਂ ਤੱਕ ਉਹਨਾਂ ਨੇ ਵੋਟ ਲੈਣੇ ਹੁੰਦੇ ਆ। ਜਦੋਂ ਵਾਂਸ ਦੇ ਗੈਟ ਇਲੈਕਟਿਡ, ਅੱਗੇ ਜਾ ਕੇ ਜਿਹੜਾ ਉਹਨਾਂ ਨੂੰ ਉਹ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ ਤੇ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਸਾਰਾ ਤੰਤਰ ਮੰਤਰ ਸਾਰਾ ਜੁੜਿਆ ਹੋਇਆ। ਤੇ ਸਾਡਾ ਜਿੱਦਾਂ ਵਾਲੀਏ ਜੀ ਨੇ ਗੱਲ ਕਰੀ, ਸਾਡਾ ਮੰਤਵ ਇਹ ਹੈਗਾ, ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੇ, ਕਿਸੇ ਪਾਰਟੀ ਨੂੰ ਬੁਰਾ ਨਹੀਂ ਕਹਿ ਰਹੇ ਹਾਂ, ਕਿਸੇ ਨੂੰ ਚੰਗਾ, ਬਟ ਅਸੀਂ ਇਹ ਸਮਝਦੇ ਹਾਂ ਕਿ ਜੋ ਕੁਝ ਹੋ ਰਿਹਾ ਇਹਦੇ 'ਚ ਇੰਪਰੂਵਮੈਂਟ ਚਾਹੀਦੀ ਹੈ। ਦੈਟਸ ਫਾਰ ਵਟ ਵੀ ਵਾਂਟ ਟੂ ਲਾਂਚ ਏ ਨਿਊ ਆਰਗੇਨਾਈਜੇਸ਼ਨ ਕਹਿ ਲਓ, ਪਾਰਟੀ ਕਹਿ ਲਓ, ਔਰ ਅਸੀਂ ਜਿਨ੍ਹਾਂ ਨੇ ਜਿੱਦਾਂ ਕਿਹਾ ਵੀ ਅਸੀਂ ਸਿਸਟਮ 'ਚ ਐਂਟਰ ਕਰਕੇ ਹੀ ਤਾਂ ਅਸੀਂ ਵੀ ਕੈਨ ਇੰਪਲੀਮੈਂਟ ਆਵਰ ਥਾਟਸ। ਅਤੇ ਇਹ ਸਾਡਾ ਮੇਨ ਮੁੱਦਾ ਹੈਗਾ। ਜੇ ਅਗਰ ਇਹ ਚੀਜ਼ ਹੋ ਜਾਂਦੀ ਹੈ, ਜੇ ਪੋਲੀਟੀਕਲ ਕਰੈਕਟਰ ਸਾਡਾ ਇੰਪਰੂਵ ਹੋ ਜਾਂਦਾ ਤਾਂ ਇਹ ਸਾਰੀਆਂ ਕਿਸਾਨਾਂ ਦੀਆਂ ਪ੍ਰੋਬਲਮਾਂ ਆਟੋਮੈਟਿਕਲੀ ਦੇ ਵਿਲ ਗੈਟ ਐਡਰੈਸ। ਜੀ ਬਿਲਕੁਲ, ਕਿਉਂਕਿ ਕੁਝ ਵੀ ਕਰਨ ਲਈ ਸਾਨੂੰ ਜਿਹੜੀ ਹੈ ਪਹਿਲ ਕਰਨੀ ਚਾਹੀਦੀ ਆ। ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਤੁਸੀਂ ਇਸ ਦੇ ਵਿੱਚ ਇਨਵੋਲਵ ਹੁੰਦੇ ਹੋ ਜਾਂ ਫਿਰ ਕੁਝ ਵੀ ਨਵਾਂ ਕੁਝ ਬਣਦਾ ਹੈ ਜਾਂ ਨਵੀਂ ਪਾਰਟੀ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫਿਰ ਉਸ ਦੇ ਨਾਲ ਸੁਧਾਰ ਹੋ ਸਕਦਾ ਹੈ? ਨੈਚੁਰਲੀ ਹੋਏਗਾ। ਅਸੀਂ ਪੋਲਿਟਿਕਸ ਵੀ ਪੜ੍ਹੀ ਹੈ, ਅਸੀਂ ਦੇਖ ਵੀ ਰਹੇ ਹਾਂ, ਵੀ ਆਰ
ਕਮਿੰਗ ਅਕਰੋਸ ਜਿਹੜਾ ਵੀ ਕੁਝ ਗਲਤ ਹੋ ਰਿਹਾ ਜਾਂ ਵਿੱਚ ਸਾਰਾ ਕੁਝ ਗਲਤ ਨਹੀਂ ਹੋ ਰਿਹਾ, ਕੁਝ ਚੰਗਾ ਵੀ ਹੋ ਰਿਹਾ, ਅਸੀਂ ਸਾਡਾ ਆਬਜੈਕਟਿਵ ਇਹ ਹੈਗਾ ਕਿ ਇਹਨੂੰ ਇੰਪਰੂਵ ਕਰਨਾ ਹੈ। ਵੀ ਹੈਵ ਟੂ ਪ੍ਰੋਵਾਈਡ ਦਾ citizens of India a good administration, good politics, and for that we are here to discuss the things and move forward. ਕੋਈ ਵੀ ਚੀਜ਼ ਦੇਖੋ ਜੇ ਗਲਤ ਹੁੰਦੀ ਹੈ ਉਹਦਾ ਵਿਰੋਧ ਰਾਈਟ ਹੈ, ਹਰ ਸਿਟੀਜ਼ਨ ਨੂੰ ਰਾਈਟ ਹੈ। ਜੇ ਵਿਰੋਧ ਕਰਨ ਵਾਲਿਆਂ ਤੇ ਤੁਸੀਂ ਕੇਸ ਦਰਜ ਕਰੋਗੇ ਤਾਂ ਉਹ ਤਾਂ ਡਿਕਟੇਟਰਸ਼ਿਪ ਹੋਗੀ। ਇੰਨੀ ਤਾਂ ਜ਼ਰੂਰਤ ਅੰਗਰੇਜ਼ ਇੰਨੀ ਜ਼ਰੂਰਤ ਤਾਂ ਵੀ ਹੈਵ ਟੂ ਇੰਪਰੂਵ ਵਿਦ ਆਵਰ ਐਫਰਟਸ। ਅਸੀਂ ਹੋਰਨਾਂ ਨੂੰ ਕਿਸੇ ਨੂੰ ਕ੍ਰਿਟਿਸਾਈਜ਼, ਉਹਨੇ ਗਲਤ ਕਰਤਾ ਉਹਨੇ ਠੀਕ ਕੀਤਾ, ਜੇ ਅਸੀਂ ਚੰਗਾ ਕਰਾਂਗੇ ਨੈਚੁਰਲੀ ਪੀਪਲ ਵਿਲ ਇੰਡੋਰਸ ਅਸ। ਕਿਉਂਕਿ ਇੰਡੀਆ ਦੇ ਜਿਹੜੇ ਲੋਕ ਆ, ਸਿਟੀਜ਼ਨਸ ਆ, ਉਹ ਬਹੁਤ ਹੀ ਇਹਨਾਂ ਦੀ ਜੋ ਵਿਰਾਸਤ ਹੈ ਉਹ ਹੈਗਾ, ਇਹ ਬੜੇ ਕੁਆਲਿਟੀ ਓਰੀਐਂਟਡ ਲੋਕ ਹੈ। ਔਰ ਜਦੋਂ ਕੋਈ ਕਿਸੇ ਚੀਜ਼ ਦੀ ਆਦਤ ਹੋ ਜਾਂਦੀ ਉਦੋਂ they get rid of that thing and think for the new systems. So ਸਾਨੂੰ ਪੂਰਾ ਭਰੋਸਾ ਹੈ ਕਿ ਕੁਛ ਨਾ ਕੁਛ ਅਸੀਂ ਚੰਗਾ ਕਰ ਪਾਵਾਂਗੇ, ਇਕੱਠੇ ਹੋ ਕੇ ਕੋਈ ਨਾ ਕੋਈ ਨਵਾਂ ਸਿਸਟਮ ਲਿਆ ਪਾਵਾਂਗੇ। ਜਿੱਥੇ ਵੀ ਕਰ ਪਾਈਏ ਅਸੀਂ ਇੱਕਦਮ ਅਸੀਂ ਨੈਸ਼ਨਲ ਲੈਵਲ ਤੇ ਨਹੀਂ ਜਾਵਾਂਗੇ। ਵੀ ਆਰ ਸਟਾਰਟਿੰਗ ਫਰੋਮ ਦੀ ਬੇਸ ਲਾਈਨ। ਅਸੀਂ ਆਪਣੇ ਆਸ ਪੜੋਸ ਤੋਂ ਸ਼ੁਰੂ ਕਰਾਂਗੇ। ਅਸੀਂ ਵੀ ਡੋਂਟ ਡ੍ਰੀਮ ਫਾਰ ਪਾਵਰ ਐਂਡ ਆਲ ਦੈਟ। ਵੀ ਆਰ ਜਸਟ ਲਾਂਚਿੰਗ ਆਵਰ ਸੈਲਫ and the God knows what will happen. ਜੀ ਬਿਲਕੁਲ ਵਧੀਆ ਹੈ ਕਿ ਜਿਹੜਾ ਜੇ ਵਿਰੋਧ ਕਰਨ ਵਾਲਿਆਂ ਤੇ ਕੇਸ ਕੀਤੇ ਜਾਣ ਵੀ ਇਹ ਤਾਂ ਖਾਲਿਸਤਾਨੀ ਨੇ, ਬਦਮਾਸ਼ ਨੇ, ਉਹ ਤਾਂ ਡਿਕਟੇਟਰਸ਼ਿਪ ਹੋ ਗਈ। ਇੰਨੀ ਜ਼ਰੂਰਤ ਅੰਗਰੇਜ਼ਾਂ ਨੇ ਵੀ ਨਹੀਂ ਸੀ ਕੀਤੀ। ਜਦੋਂ 1907 ਵਿੱਚ ਭਗਤ ਸਿੰਘ ਦੇ ਬਾਪ ਨੇ ਇਹ 9 ਮਹੀਨੇ ਅੰਦੋਲਨ ਚੱਲਿਆ ਸੀ, 3 ਕਾਨੂੰਨ ਉਦੋਂ ਵੀ ਕੋਈ ਪਾਸ ਹੋਏ ਸੀ, ਉਹਨਾਂ ਨੇ ਵੀ ਇੰਨੀ ਜ਼ਰੂਰਤ ਨਹੀਂ ਸੀ ਕੀਤੀ। ਹਰ ਸਿਟੀਜ਼ਨ ਨੂੰ ਇਹ ਰਾਈਟ ਹੈ ਬਈ ਕਿਸੇ ਗਲਤ ਗੱਲ ਦਾ ਵਿਰੋਧ ਕਰਨਾ। ਵਿਰੋਧ ਤੇ ਵਿਰੋਧੀਆਂ ਦੇ ਅਗੇਂਸਟ ਜੇ ਤੁਸੀਂ ਇਹ ਕੇਸ ਕਰੋਗੇ ਤੇ ਇਹ ਤਾਂ ਸਿੱਧੀ ਡਿਕਟੇਟਰਸ਼ਿਪ ਹੋ ਗਈ। ਇਹਦਾ ਮਤਲਬ ਤੁਸੀਂ ਆਵਾਜ਼ ਨਹੀਂ ਉਠਾ ਸਕਦੇ, ਜੇ ਚਾਹੇ ਗਲਤ ਹੈ ਤੇ ਚਾਹੇ ਠੀਕ ਹੈ। ਮਤਲਬ ਇਹ ਤਾਂ ਫਿਰ ਜੋ ਉਹ ਤਾਂ ਡਿਕਟੇਟਰ ਜੋ ਕਹਿਤਾ ਉਹਨੇ ਠੀਕ ਹੋ ਗਿਆ। ਇਹ ਕੋਈ ਡੈਮੋਕ੍ਰੇਸੀ ਨਾ ਹੋਈ। ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ। ਇਹ ਤਾਂ ਸਰਕਾਰ ਤੋਂ ਦੇਖੋ ਜੀ, ਹਰ ਸਿਟੀਜ਼ਨ ਨੂੰ ਹੱਕ ਹੈ ਉਹਨਾਂ ਕੋਲ ਪੁੱਛੇ ਵੀ ਕਿਉਂ ਹੋ ਰਿਹਾ, ਕਿਉਂ ਇਸ ਤਰ੍ਹਾਂ ਕਰ ਰਹੇ ਹੋ। ਇਹ ਜਨਤਾ ਨੇ ਅਗਰ ਚੁਣਿਆ ਹੈ, ਆਪਣੇ ਰਿਪਰੈਜ਼ੈਂਟੇਟਿਵ ਬਣਾ ਕੇ ਅੱਗੇ ਲਿਆਂਦੇ, ਇਹਦਾ ਮਤਲਬ ਡੈਮੋਕ੍ਰੇਸੀ ਥੋੜ੍ਹਾ ਖਤਮ ਕਰ ਦੇਣੀ ਹੈ। ਈਵਨ ਇਹ ਵੈਸੇ ਇਹ ਹਾਲੇ ਵੀ ਇੰਡੀਆ 'ਚ ਇਨਰ ਡਾਇਰੈਕਟ ਡੈਮੋਕ੍ਰੇਸੀ ਹੈ। ਦੂਸਰੇ ਕਈ ਕੰਟਰੀ ਨੇ ਜਿਵੇਂ ਤੁਹਾਡਾ ਸਵੀਡਨ ਹੈ, ਉੱਥੇ ਡਾਇਰੈਕਟ ਡੈਮੋਕ੍ਰੇਸੀ ਹੈ। ਉਹਦੇ 'ਚ ਕੀ ਹੁੰਦਾ ਹੈ, ਅਗਰ ਕੋਈ ਵੀ ਚੀਜ਼ ਪਾਸ ਕਰਨੀ ਹੈ ਨਾ ਤਾਂ ਉਹ ਜਨਤਾ 'ਚ ਪਹਿਲੇ ਉਹਨਾਂ ਦੀ ਵੋਟਿੰਗ ਹੁੰਦੀ ਹੈ ਜਨਤਾ 'ਚ, ਬਈ ਕਿਆ ਇਹ ਚੀਜ਼ ਠੀਕ ਹੈ। ਜੇ ਜਨਤਾ ਉਹਨੂੰ ਅਲਾਓ ਕਰਦੀ ਹੈ ਫਿਰ ਹੁੰਦਾ। ਇੱਥੇ ਤਾਂ ਥੋਪਦੇ ਆ, ਇੱਦਾਂ ਥੋੜ੍ਹਾ ਹਰ ਚੀਜ਼ ਨੂੰ ਥੋਪਦਾ ਜੀ। ਇਹ ਰੇਲਵੇ ਅੰਦਾਨੀ ਨੂੰ ਦੇ ਦਿੱਤੀ, ਉਹਨੂੰ ਅੰਬਾਨੀ ਨੂੰ ਦੇ ਦਿੱਤੀ, ਇਹ ਤਾਂ ਕੋਈ ਗੱਲ ਥੋੜ੍ਹਾ ਬਣੀ। ਕਿਉਂ ਰੇਲਵੇ ਜਦ ਤੁਹਾਡਾ ਲਾਲ ਕਿਲ੍ਹੇ 'ਚ ਤੁਹਾਨੂੰ ਇੰਨਾ ਬਜਟ ਪਹਿਲੇ ਹੀ ਬੜਾ ਪੈਸੇ ਆ ਰਹੇ ਸੀ ਤਾਂ ਉਹਨੂੰ ਅੱਗੇ ਲੀਜ਼ 'ਤੇ ਦੇਣ ਦੀ ਕੀ ਜ਼ਰੂਰਤ ਸੀ। ਲਾਲ ਕਿਲ੍ਹੇ ਤੋਂ ਤਾਂ ਉਸ ਤੋਂ ਜ਼ਿਆਦਾ ਦਾ ਪੈਸਾ ਲਾਲ ਕਿਲ੍ਹੇ ਤੋਂ ਪਹਿਲੇ ਆ ਰਿਹਾ ਸੀ। ਅਤੇ ਗੌਰਮੈਂਟ ਤੁਸੀਂ ਇਹਨਾਂ ਚੀਜ਼ਾਂ ਨੂੰ, ਹਿਸਟੋਰੀਕਲ ਬਿਲਡਿੰਗਸ ਨੂੰ ਵੀ ਜੇ ਦੇ ਰਹੇ ਹੋ ਤਾਂ ਫਿਰ ਕੀ ਬਣੇਗਾ ਹਿੰਦੁਸਤਾਨ ਦਾ। ਫਿਰ ਕਰੰਸੀ ਡਾਊਨ ਹੀ ਜਾਏਗੀ, ਫਿਰ ਹੋਰ ਕੀ ਹੋਣਾ, ਥੱਲੇ ਜਾਏਗਾ। ਫਿਰ ਤੁਸੀਂ ਹੁਣ ਸਰਕਾਰ ਨੂੰ ਕੀ ਕੁਝ ਅਪੀਲ ਕਰਨਾ ਚਾਹੁੰਦੇ ਹੋ? ਕਿ ਅਪੀਲ ਕਰਨਾ ਚਾਹੁੰਦੇ ਵੀ ਇਹ ਗਲਤ ਗੱਲਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਇਹ ਜਿਵੇਂ ਹੁਣ ਕਿਸਾਨ ਬੈਠੇ ਨੇ, ਬਹੁਤ ਦੇਰ ਤੋਂ ਬੈਠੇ ਨੇ, ਹੱਲ ਕਰੋ ਇਹਨਾਂ ਦਾ। ਬੈਠੋ ਉਹਨਾਂ ਦਾ ਗੱਲਬਾਤ ਕਰੋ ਆ ਕੇ। ਕਾਹਦੇ ਵਾਸਤੇ ਨਹੀਂ ਕਰਨਗੇ ਤਾਂ ਆਪ ਹੀ ਨੁਕਸਾਨ ਉਠਾਉਣਗੇ। ਜਿਵੇਂ ਲੋਕਾਂ ਦਾ ਮਨ ਬਦਲ ਜਾਣਾ, ਆਪੇ ਹੀ ਤਖਤਾ ਪਲਟ ਜਾਣਾ ਜਦੋਂ ਚੇਂਜਸ ਹੋਣਗੇ। ਗੱਲ ਹੀ ਨਹੀਂ ਕਰ ਰਹੇ। 2 ਮਹੀਨੇ ਹੋ ਗਏ, ਉਹ ਗੱਲ ਕਰਨ ਦਾ ਹੀ ਮੌਕਾ ਨਹੀਂ ਦੇ ਰਹੇ। 4 ਦਿਨ ਦੀ ਬੈਂਕ ਸਟ੍ਰਾਈਕ ਹੋ ਰਹੀ ਹੈ। ਇਹ ਸਿਸਟਮ ਫੇਲਰ ਹੈ। ਸੈਚਰਡੇ, ਸੰਡੇ, ਸੋਮ, ਮੰਗਲ ਹੜਤਾਲ ਹੈ ਇਹਨਾਂ ਦੀ। ਇੰਡੀਆ 'ਚ ਕਿਤੇ ਹੈ ਸਿਸਟਮ ਵੀ 4 ਦਿਨ ਬੈਂਕ ਬੰਦ ਰਹਿਣ? ਉਹਨਾਂ ਨਾਲ ਕੋਈ ਗੱਲਬਾਤ ਨਹੀਂ। ਲੱਗਦਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਜਿਹੜਾ ਮੁੱਦਾ ਹੱਲ ਕਰਨਾ ਚਾਹੀਦਾ। ਪਬਲਿਕ ਤੱਕ ਅਪਰੋਚ ਕਰਨੀ ਚਾਹੀਦੀ ਹੈ। ਮਸਲੇ ਹੱਲ ਕਰਨੇ ਚਾਹੀਦੇ ਪਬਲਿਕ ਦੇ, ਜੋ ਵੀ ਹੈ। ਸਰਕਾਰ ਕਿਸਾਨਾਂ ਨੇ ਬਣਾਈ ਹੈ। ਜੇ ਕਿਸਾਨਾਂ ਦੀ ਗੱਲ ਨਹੀਂ ਸੁਣਨਗੇ ਤਾਂ ਨੈਚੁਰਲੀ ਜੋ ਅਸੀਂ ਸੋਚ ਰਹੇ ਹਾਂ ਉਹ ਕਿਸਾਨ ਵੀ ਸੋਚਣਗੇ। ਠੀਕ ਹੈ ਨਾ। ਜੇ ਸਾਡੀ ਕੋਈ ਹਾਮੀ ਭਰਦਾ ਪਿਆ, ਅਸੀਂ ਤੁਹਾਨੂੰ ਵੀ ਵਿਲ ਪ੍ਰੋਵਾਈਡ ਅ ਗੁੱਡ ਐਡਮਿਨਿਸਟ੍ਰੇਸ਼ਨ। ਜੇ ਕੱਲ੍ਹ ਨੂੰ ਅੱਖਾਂ ਫੇਰ ਲੈਂਦਾ ਤਾਂ ਫਿਰ ਸਾਨੂੰ ਕੁਝ ਹੋਰ ਸੋਚਣਾ ਪਏਗਾ, ਅਸੀਂ ਕੁਝ ਹੋਰ ਕਰਾਂਗੇ। ਬਿਲਕੁਲ। ਗੱਲ ਜਿਹੜੀ ਆਪਾਂ ਨੈਸ਼ਨਲ ਮੀਡੀਆ ਤੇ ਕਹਿ ਲਓ ਕਿ ਸੋਸ਼ਲ ਮੀਡੀਆ ਦੀ ਕਰ ਰਹੇ ਸੀ, ਪਰ ਆਪਾਂ ਹੁਣ ਹੋਰ ਜਿਹੜੇ ਬਜ਼ੁਰਗਾਂ ਤੋਂ ਵਿਊਜ਼ ਲੈ ਲੈਂਦੇ ਹਾਂ ਕਿ ਸੋਸ਼ਲ ਮੀਡੀਆ ਤੁਸੀਂ ਜ਼ਿਆਦਾ ਦੇਖਦੇ ਹੋ ਜਾਂ ਨੈਸ਼ਨਲ? ਬੇਟੇ ਅੱਜ ਦੀ ਡੇਟ ਵਿੱਚ ਤੇ ਮੈਂ ਸੋਸ਼ਲ ਮੀਡੀਆ ਤੇ ਉੱਤੇ ਹੀ ਟਰਸਟ ਕਰਦਾ, ਕਿਉਂਕਿ ਇਹ ਨੈਸ਼ਨਲ ਮੀਡੀਆ ਹੋਇਆ ਜਾਂ ਪ੍ਰਾਈਵੇਟ ਚੈਨਲਾਂ ਜਿਹੜੀਆਂ ਨੇ ਨਾ, private channels have overtaken the national media and national media has been taken over by the governments. So public ਜਿਹੜੀ ਵਿੱਚ there is a ਕੀ ਕਹਿੰਦੇ ਹੁੰਦੇ ਨੇ ਵੀ crisis of faith, ਕਿ ਜੋ ਨਿਊਜ਼ ਪ੍ਰਾਈਵੇਟ ਉਹ ਆਪਣੀ ਜਿਹਦੀ
ਚੈਨਲ ਉਹਦੇ ਮੁਤਾਬਕ ਦੱਸਦਾ ਹੈ ਤੇ ਨੈਸ਼ਨਲ ਜਿਹੜਾ ਗਵਰਨਮੈਂਟ ਦੇ ਮੁਤਾਬਕ ਦੱਸਦਾ ਹੈ। ਸੋ ਸੋਸ਼ਲ ਮੀਡੀਆ ਹੀ ਹੈ ਜਿਹੜਾ ਆਪਣੇ ਪਰਸਨਲ ਵਿਊ ਵਿੱਚ ਹਰ ਇੱਕ ਦੇ ਅਲੱਗ-ਅਲੱਗ ਆ ਸਕਦੇ ਨੇ। ਉਹ ਅਸੀਂ ਉਹਦੇ ਤੇ ਸੁਣਦੇ ਹਾਂ, ਪੜ੍ਹਦੇ ਹਾਂ, ਜਿੱਥੇ ਸਾਨੂੰ ਚੰਗਾ ਲੱਗਦਾ ਉੱਥੇ ਅਸੀਂ ਟਿੱਪਣੀ ਵੀ ਕਰਦੇ ਹਾਂ, ਜੇ ਨਹੀਂ ਲੱਗਦਾ ਤਾਂ ਵੀ ਆਪਣੇ ਵਿਊ ਜ਼ਰੂਰ ਉੱਥੇ ਐਕਸਪ੍ਰੈਸ ਕਰਦੇ ਹਾਂ ਅਸੀਂ। ਬਾਕੀ ਇਹ ਹੈ ਵੀ ਦੇਖੋ ਅਸੀਂ ਇੰਡੀਆ ਵੀ ਹੈਵ ਸੀਨ ਇੰਡੀਆ ਟਰਾਂਸਫਾਰਮਿੰਗ ਫਰੋਮ ਜਦੋਂ 47 ਤੋਂ ਬਾਅਦ ਤੋਂ ਲੈ ਕੇ ਤੇ 2014 ਤੱਕ ਵੀ ਸਾਡਾ ਪੰਡਿਤ ਨਹਿਰੂ ਜੀ ਆਏ ਸੀ, ਐਜੂਕੇਟਡ ਸਨ। ਉਹ ਇੰਡੀਆ ਕੋਲ ਹੈ ਵੀ ਕੁਛ ਨਹੀਂ ਸੀ ਤੇ ਇੱਕ ਕਣਕ ਦੀ ਰੋਟੀ ਵੀ ਜਿਹੜੀ ਇੱਕ ਗਿਣਿਆ ਜਾਂਦਾ ਸੀ ਅਮੀਰ ਜਿਹੜੇ ਘਰ ਚੋਂ ਹੋ ਜਾਂਦੀ ਉਹ ਵੀ ਕਹਿੰਦੇ ਸੀ ਅਮੀਰ ਫੈਮਿਲੀ ਹੈ। ਸੋ ਹੌਲੀ ਹੌਲੀ ਗ੍ਰੀਨ ਰੈਵੋਲੂਸ਼ਨ ਆਈ, ਸਭ ਤਰੱਕੀ ਹੋਈ, ਐਜੂਕੇਸ਼ਨ ਦੀ ਬੜੀ ਤਕੜੀ ਇੰਪਰੂਵਮੈਂਟ ਹੋਈ ਸਾਡੇ ਦੇਸ਼ ਵਿੱਚ। ਐਜੂਕੇਸ਼ਨ ਵੀ ਬਹੁਤ ਆ ਗਈ ਹੈ ਬਟ ਇਟ ਇਜ਼ ਵੈਰੀ ਅਨਫਾਰਚੂਨੇਟ ਕਿ ਸਾਡੇ ਲੀਡਰ ਜਿਹੜੇ ਹੁਣ 2014 ਤੋਂ ਆਏ ਜ਼ਿਆਦਾ ਅਨਪੜ੍ਹਾਂ ਦੇ ਹੱਥ ਵਿੱਚ ਸਾਡਾ ਦੇਸ਼ ਆ ਗਿਆ। ਪੀਪਲ ਆਰ ਮੋਰ ਐਜੂਕੇਟਡ, ਜਿਹੜੇ ਵੋਟਰਸ ਨੇ ਦੇ ਆਰ ਮੋਰ ਐਜੂਕੇਟਡ ਦੈਨ ਆਵਰ ਕਸਟੋਡੀਅਨਸ, ਜਿਹਨੂੰ ਆਪਾਂ ਸੋ ਕਾਲਡ ਗੌਰਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ। ਜਿਹੜਾ ਅੱਗੇ ਸਾਡਾ ਹਿੰਦੁਸਤਾਨ ਸੀ ਆਜ਼ਾਦੀ 47 ਤੋਂ ਪਹਿਲਾਂ ਰਾਜਿਆਂ ਮਹਾਰਾਜਿਆਂ ਦੀਆਂ ਕਲੋਨੀਆਂ 'ਚ ਵੰਡਿਆ ਸੀ। ਹੁਣ 2014 ਤੋਂ ਬਾਅਦ ਆ ਕੇ ਧਰਮਾਂ 'ਚ ਵੰਡਿਆ ਗਿਆ ਸਾਰਾ ਹਿੰਦੁਸਤਾਨ ਨੇ ਨਾ, ਧਰਮਾਂ ਦੀਆਂ ਕਲੋਨੀਆਂ ਬਣ ਗਈਆਂ ਨੇ, ਹੈ ਨੀ। ਸੋ ਦਿਸ ਇਜ਼ ਏ ਬੈਡ ਫਾਰ ਕੰਟਰੀ। ਤੇ ਵੇਖੋ ਜਦੋਂ ਪੰਡਿਤ ਨਹਿਰੂ ਸੀ ਰਹੇ ਸੀ ਉਹਨਾਂ ਨੇ ਕਾਂਗਰਸ ਪਾਰਟੀ ਨੇ, ਕਿਉਂਕਿ ਮੈਜੋਰਿਟੀ ਲੋਕ ਨਵੀਂ ਪਾਰਟੀ ਉਦੋਂ ਆਈ ਸੀ ਤੇ ਲੋਕਾਂ ਨੇ ਉਹ ਫੇਵਰ ਵਿੱਚ ਸੀ, ਉਹਨਾਂ ਦਾ ਗੁੱਡ ਪੁਆਇੰਟ ਇਹ ਸੀ ਵੀ ਉਹਨਾਂ ਨੇ ਧਰਮਾਂ ਵਿੱਚ ਇੰਟਰਫੀਅਰ ਨਹੀਂ ਸੀ ਕੀਤਾ ਤੇ ਦੇਸ਼ ਦੀ ਹੌਲੀ ਤਰੱਕੀ ਹੋਈ ਜਾਂ ਜਲਦੀ ਹੋਈ, ਬਟ ਦੇ ਕੰਸਨਟਰੇਟਡ ਔਨ ਡਿਵੈਲਪਮੈਂਟ ਆਫ ਇੰਡੀਆ ਐਂਡ ਹੋਈ ਵੀ। ਤੇ ਉਸ ਤੋਂ ਬਾਅਦ ਮਤਲਬ ਇਹ ਹੁਣ ਜਿਹੜੀ ਚੀਜ਼ ਹੈ 2014 ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਹ ਕੀਤਾ ਸੀ ਵੀ ਜੇ ਉਹ ਸਾਡਾ ਰਾਮ ਮੰਦਿਰ ਦੀ ਜਿਹੜੀ ਕਹਾਣੀ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਸਾਡੇ ਕੰਟਰੀ ਵਾਸਤੇ ਇਹ ਤੇ ਸਾਡਾ ਕੰਟਰੀ ਟੁੱਟਣ ਵਾਲੀ ਗੱਲ ਹੈਗੀ ਆ। ਉਹਨਾਂ ਨੇ ਉਸ ਨੂੰ ਮੇਰੇ ਖਿਆਲ ਹੈ 20 30 40 ਸਾਲ ਉਹਨੂੰ ਅੰਡਰ ਲੌਕ ਰੱਖਿਆ ਸੀ, ਸੁਪਰੀਮ ਕੋਰਟ ਨੂੰ ਕਹਿ ਕੇ ਵੀ ਇਹਦਾ ਚੈਪਟਰ ਖੋਲ੍ਹਣਾ ਹੀ ਨਹੀਂ, ਤੇ ਇੰਡੀਆ ਆਪਣਾ ਤਰੱਕੀ ਵਾਲੇ ਪਾਸੇ ਲੱਗਾ ਰਿਹਾ। ਹੁਣ ਜਦੋਂ ਤੋਂ ਉਹ ਲੱਗਾ, ਦੇਖੋ ਮੰਦਿਰਾਂ ਵਿੱਚ ਕੀ ਹੁੰਦਾ ਹੈ ਜਾਂ ਕੋਈ ਵੀ ਸਾਡੀ ਰਿਲੀਜੀਅਸ ਪਲੇਸਿਸ ਉਹ ਹੁੰਦੀਆਂ, ਅਸੀਂ ਉੱਥੇ ਧਨ ਦੌਲਤ ਇਕੱਠਾ ਕਰ ਦਿੰਦੇ ਹਾਂ। ਆਪਣੀ ਸਾਡੀ ਵੈਲਥ ਜਿਹੜੀ ਹਿੰਦੁਸਤਾਨ ਦੀ ਉਹ ਸਾਰੀ ਇਕੱਠੀ ਹੋ ਜਾਂਦੀ ਹੈ ਇਨ ਵੇ ਆਫ ਕੈਸ਼ ਔਰ ਇਨ ਵੇ ਆਫ ਕਾਇੰਡ। ਅੱਛਾ ਹੁਣ ਦੇਖੋ ਸਾਡੇ ਇੱਥੇ ਪੈਂਡੇਮਿਕ ਆਇਆ ਸੀ, ਕੋਵਿਡ ਦਾ ਆਇਆ ਸੀ, ਕਿਹੜੀਆਂ ਧਰਮਾਂ ਦੀਆਂ ਇਹ ਜਗ੍ਹਾ ਸਨ ਜਿਨ੍ਹਾਂ ਕੋਲ ਕੀ ਨਹੀਂ ਸੀ, ਉਹਨਾਂ ਨੇ ਕੋਈ ਦਾਨ ਕੀਤਾ ਪਬਲਿਕ ਦੇ ਵਾਸਤੇ, ਹੈ ਜੀ, ਕੁਛ ਨਹੀਂ ਕਿ ਉਹਨਾਂ ਹੈਲਪ ਕੀਤੀ। ਜੇ ਸਰਕਾਰ ਆਲਸੋ ਫੇਲਡ। ਹੁਣ ਸਰਕਾਰ ਨੇ ਦੇਖੋ ਖਾਸ ਕਰਕੇ ਧਰਮਾਂ ਦੇ ਵਿੱਚ ਹੀ ਵੰਡ ਕੇ ਹਰ ਪਾਸੇ ਮਤਲਬ ਐਨੀਮਲਸ ਨੂੰ ਹੀ ਕਰਕੇ ਅੱਗੇ ਕਾਊ ਇਜ਼ ਇਹ ਓਕੇ ਹੈ ਨਹੀਂ, ਲੋਕੀ ਦੇ ਕੁੱਤਿਆਂ ਨੂੰ ਵੀ ਆਪਣਾ ਰਜਾਈਆਂ 'ਚ ਸਵਾਉਂਦੇ ਆ ਜਿਨ੍ਹਾਂ ਨੂੰ ਪਿਆਰ ਹੈ, ਤੇ ਐਨੀਮਲਸ ਨੂੰ ਵੀ, ਗਾਈਆਂ ਨੂੰ ਵੀ ਵੇਖੋ ਉਹਨਾਂ ਨੇ ਏਅਰ ਕੰਡੀਸ਼ਨ ਲਾਏ ਜਿਹੜੀਆਂ ਦੁੱਧ ਦਿੰਦੀਆਂ ਕਿੱਦਾਂ। ਇਹ ਨਹੀਂ ਹੁੰਦਾ ਵੀ ਤੂੰ ਮੇਕ ਇਟ ਏ ਕਾਨੂੰਨ, ਜਿਹੜਾ ਬੰਦਾ ਗਾਈ ਨੂੰ ਆਪਣੇ ਕੋਈ ਉਹਦਾ ਡੈਮੇਜ ਕਰ ਰਹੀ ਉਹਨੂੰ ਵੀ ਹਟਾਏਗਾ ਤਾਂ ਉਹਨੂੰ ਫੜ ਕੇ ਜਾ ਕੇ ਮਾਰਨਾ ਹੀ ਸ਼ੁਰੂ ਕਰ ਦਿਓ। ਇਹ ਜਿਹੜੇ ਕਾਨੂੰਨ ਪਹਿਲਾਂ ਆਪਣਾ ਬਾਕੀ ਜਿੱਥੇ ਸੜਕਾਂ ਦੇ ਖੱਡੇ ਨੇ ਉਹ ਤਾਂ ਪਹਿਲਾਂ ਪੂਰੇ ਕਰ ਲਓ, ਜਿੱਥੇ ਪੁਲ ਢਹਿਣ ਡਏ ਨੇ ਲੋਕੀ ਮਰਨ ਡੇ ਉਹ ਤਾਂ ਪਹਿਲਾਂ ਪੂਰੇ ਕਰ ਲਓ ਤੁਸੀਂ। ਸੋ ਇਹ ਜਿਹੜੀ ਇੰਪੋਜੀਸ਼ਨ ਜਿਹੜੀ ਹੁੰਦੀ ਹੈ ਨਾ, ਜ਼ਬਰਦਸਤੀ ਕਰਨੀ, ਦਿਸ ਇਜ਼ ਬੈਡ ਫਾਰ ਦੀ ਕੰਟਰੀ। ਐਂਡ ਆਈ ਵੁੱਡ ਸੁਜੈਸਟ ਐਜ਼ ਏ ਰਿਟਾਇਰਡ ਪਰਸਨ ਆਈ ਹੈਵ, ਜਿੰਨਾ ਕਿ ਮੇਰਾ ਐਕਸਪੋਜ਼ਰ ਜੋ ਵਰਲਡ ਵਿੱਚ ਹੋਇਆ ਉਹਦੇ ਮੁਤਾਬਕ ਤੇ ਮੈਂ ਕਿ ਦੁਨੀਆ ਨੇ ਧਰਮਾਂ ਤੋਂ ਦੂਰ ਰਹਿ ਕੇ ਹੀ ਤਰੱਕੀ ਕੀਤੀ ਹੈ ਜੀ। ਆਪਣੇ ਆਪ ਨੂੰ ਕਨਫਾਈਨ ਕਰਕੇ ਨਹੀਂ, ਅਸੀਂ ਮੈਂ ਇਸ ਧਰਮ ਨੂੰ ਬੋਲ, ਸਾਰੇ ਇਨਸਾਨ ਇੱਕੋ ਜਿਹੇ ਹੁੰਦੇ ਨੇ, ਬਾਈ ਬਰਥ ਆਲ ਆਰ ਸੇਮ। ਆਪਾਂ ਅੱਗੋਂ ਨੂੰ ਡਿਵਾਈਡ ਕਰ ਨਹੀਂ, ਆ ਬਾਉਂਡਰੀ ਮੇਰੀ, ਮੈਂ ਆਸ ਧਰਮ ਨੂੰ ਮੰਨਦਾ ਹਾਂ ਜੀ, ਆਹ ਮੇਰੀ ਬਾਉਂਡਰੀ ਆ ਤੇਰੀ ਬਾਉਂਡਰੀ ਆ, ਡੋਂਟ ਕ੍ਰਾਸ ਮਾਈ ਬਾਉਂਡਰੀਜ਼। ਨੋ, ਹਿਊਮੈਨਿਟੀ ਜਿਹੜੀ ਆ ਵਰਲਡ ਵਾਈਡ ਹੁਣ ਦੇਖੋ ਤਰੱਕੀ ਹੋ ਗਈ ਹੈ, ਪੂਰਾ ਦੁਨੀਆ ਹੀ ਜਿਹੜੀ ਆ ਇੱਕ ਮੁਹੱਲਾ ਬਣ ਗਿਆ, ਇੱਕ ਗਾঁव ਬਣ ਗਿਆ, ਇੱਕ ਸਿਟੀ ਬਣ ਗਿਆ। ਸੋ ਹੋ ਐਜ਼ ਏ ਵਰਲਡ ਵਨ ਵੀ ਸ਼ੁੱਡ ਲਿਵ ਐਜ਼ ਏ ਵਨ ਕਮਿਊਨਿਟੀ। ਪਿਆਰ ਮੁਹੱਬਤ ਰੱਖਣਾ ਚਾਹੀਦਾ। ਦੁਨੀਆ ਦੀ ਤਰੱਕੀ ਹੈ ਤੇ ਸਾਡੀ ਸਾਰਿਆਂ ਦੀ ਤਰੱਕੀ ਹੈ ਜੀ। ਜੋ ਟੈਕਨੋਲੋਜੀ ਅਮਰੀਕਾ 'ਚ ਆਈ ਜਾਂ ਇੰਗਲੈਂਡ 'ਚ ਆਈ ਜਾਂ ਜਾਪਾਨ ਨੇ, ਵੇਖੋ ਸਾਰੀ ਦੁਨੀਆ ਦੇ ਉਹਨਾਂ ਨੇ ਉਹ
ਗਾਂ ਸੁੱਖ ਜਿਹੜੇ ਸਾਰੀ ਦੁਨੀਆ 'ਚ ਆਏ। ਵੀ ਹੈਵ ਸੀਨ ਪਰਸ਼ੀਅਨ ਗਲਫ, ਜਦੋਂ ਉੱਥੇ ਲੋਕ ਧੁੱਪੇ ਹੀ ਮਰ ਜਾਂਦੇ ਹੁੰਦੇ ਸੀ, ਫਿਰ 에ਅਰ ਕੰਡੀਸ਼ਨ ਖਰੀਦਣੇ ਉਹਨਾਂ ਸ਼ੁਰੂ ਤੋਂ ਉਹਨਾਂ ਕੋਲ ਚਲਾਉਣੇ ਹੀ ਨਹੀਂ ਸੀ ਆਉਂਦੇ। ਅੱਜ ਦੇਖੋ ਦੁਬਈ ਜਿਹੜਾ ਵਰਲਡ ਦਾ ਬੈਸਟ ਸਿਟੀ ਬਣ ਗਿਆ, ਲੋਕੀ ਟੂਰਿਸਟ ਐਜ਼ ਏ ਟੂਰਿਸਟ ਜਾਂਦੇ, ਜਿਹੜਾ ਉੱਥੇ ਜਾ ਕੇ ਖਲੋ ਨਹੀਂ ਸਕਦੇ, ਇੰਨੀ ਧੁੱਪ ਪੈਂਦੀ ਹੈ, ਗਰਮੀ ਪੈਂਦੀ ਹੁੰਦੀ ਸੀ। ਸੋ ਵਰਲਡ ਹੈਜ਼ ਇੰਪਰੂਵਡ। ਦੁਬਈ ਵਰਗੇ ਜਿਹੜੇ ਫੈਨੇਟਿਕ ਕੰਟਰੀ ਸੀ ਉਹਨਾਂ ਨੇ ਵੀ ਸਾਰਿਆਂ ਧਰਮਾਂ ਦੇ, ਮੈਂ ਉੱਥੇ ਦੇਖਿਆ ਦੁਬਈ ਦੇ ਵਿੱਚ ਇੱਕ ਲਾਗੇ ਗੁਰਦੁਆਰਾ, ਉਹਦੇ ਲਾਗੇ ਮਸਜਿਦ ਹੈ, ਉਹਦੇ ਲਾਗੇ ਮੰਦਿਰ ਹੈ, ਸਾਰੇ ਜੇ ਉਹ ਇਫ ਦੇ ਕੈਨ ਲਿਵ ਟੁਗੈਦਰ ਪੀਸਫੁਲੀ, ਵਾਈ ਕਾਂਟ ਵੀ? ਹਾਂਜੀ। ਸੋ ਮੇਨ ਟ੍ਰੈਜਡੀ ਇਜ਼ ਸਾਡੇ ਵੋਟਰਸ ਆਰ ਮੋਰ ਐਜੂਕੇਟਡ ਦੈਨ ਆਵਰ ਲੀਡਰਸ। ਹੁਣ ਸਾਡੇ ਵੋਟਰਾਂ ਵਿੱਚੋਂ ਹੀ ਨਵੇਂ ਲੀਡਰ ਐਜੂਕੇਟਡ ਆਉਣ ਤਾਂ ਕਿ ਇਹ ਦੇਸ਼ ਦੀ, ਜਿੱਦਾਂ ਮਨਮੋਹਨ ਸਿੰਘ ਜੀ ਆਏ ਸਨ, ਐਜੂਕੇਸ਼ਨਿਸਟ ਹੈਗੇ ਸੀ, ਉਹਨਾਂ 10 ਸਾਲ ਦੇ ਰੂਲ ਵਿੱਚ ਦੱਸੋ ਜੇ ਉਹਨਾਂ ਕਿਸੇ ਧਰਮ ਦੀ ਕੋਈ ਗੱਲ ਕੀਤੀ ਹੋਵੇ ਜਾਂ ਕਿਤੇ ਕੋਈ ਝਗੜਾ ਕਿਸੇ ਕਿਸਮ ਦਾ ਆਪਣਾ ਰਿਲੀਜੀਅਸ ਪਲੇਸਿਸ ਨਾ। ਹੀ ਕੰਸਨਟਰੇਟਡ ਓਨਲੀ ਐਂਡ ਓਨਲੀ ਫਾਰ ਦੀ ਡਿਵੈਲਪਮੈਂਟ ਆਫ ਦੀ ਕੰਟਰੀ। ਕਿ ਸਾਡਾ ਇੰਡੀਆ ਉਹਨਾਂ ਦੇ ਟਾਈਮ ਬਹੁਤਾ ਆਇਆ ਉੱਪਰ ਜਾਂ ਥੋੜ੍ਹਾ ਆਇਆ, ਪਰ ਉਹਨਾਂ ਨੇ ਗੱਡੀ ਡੀਰੇਲ ਤਾਂ ਨਹੀਂ ਹੋਣ ਦਿੱਤਾ ਕੰਟਰੀ ਨੂੰ। ਹਾਂਜੀ। ਇੱਥੇ ਕਦੇ ਕੋਈ ਕਾਨੂੰਨ ਬਣ ਗਿਆ ਜੀ ਤੁਸੀਂ ਐਗਰੀਕਲਚਰ ਮਾਰਾ, ਉਹ ਰੋਟੀ ਤਾਂ ਹਮੇਸ਼ਾ ਹੀ ਚਾਹੀਦੀ ਹੈ, ਰੋਟੀ ਤੇ ਇਨਸਾਨ ਨੂੰ ਹਮੇਸ਼ਾ ਹੀ ਚਾਹੀਦੀ ਹੈ। ਤੇ ਕਿਸਾਨਾਂ ਨੂੰ ਇੱਕ ਸਾਈਡ ਤੇ ਕਰਕੇ ਨਹੀਂ ਜੀ ਤੁਹਾਡੇ ਵਾਸਤੇ ਆ ਕਰੋ। ਹੈਵ ਯੂ ਫੋਰਗੋਟਨ 1968 ਜਦੋਂ ਰਿਸ਼ਤੇਦਾਰ ਨੂੰ ਰੋਟੀ ਖਵਾਉਣ ਲਈ ਨਹੀਂ ਸੀ ਕਣਕ ਦੀ ਮਿਲਦੀ ਹੁੰਦੀ? ਹਾਂਜੀ। ਆਈ ਹੈਵ ਸੀਨ ਦੋਜ਼ ਡੇਜ਼। ਤੇ ਹੁਣ ਤੁਸੀਂ ਆ ਕੇ ਕਿਹਨੂੰ ਸਾਥੋਂ ਕਣਕ ਸਰਪਲਸ ਹੋ ਗਈ ਆ, ਫਿਰ ਡਿਵੈਲਪਮੈਂਟ ਤੁਸੀਂ ਆਪਣੇ ਟਾਈਮ 'ਚ ਕੀ ਕੀਤੀ ਜੇ ਤੁਸੀਂ ਸਿੱਲੋ ਹੀ ਨਹੀਂ ਬਣਾ ਸਕੇ ਤੇ? ਹਾਂਜੀ। ਪਬਲਿਕ ਨੂੰ ਦਿਓ ਟਾਈਮ। ਦੇਰ ਆਰ ਸੋ ਮੈਨੀ ਗੁੱਡ ਐਡਮਿਨਿਸਟ੍ਰੇਟਰ। ਤੁਸੀਂ ਮੌਕਾ ਤਾਂ ਅਸੀਂ ਤਾਂ ਦਰਿਆਵਾਂ ਨੂੰ, ਅਸੀਂ ਅਮਰੀਕਾ 'ਚ ਵੇਖਿਆ ਬੇਟੇ, ਦਰਿਆਵਾਂ ਵੱਡੇ ਵੱਡੇ ਦਰਿਆ, ਉਹਨਾਂ ਬੰਨ ਮਾਰ ਕੇ ਆਲੇ ਦੁਆਲੇ ਲੋਕੀ ਉੱਥੇ ਰਹਿ ਰਹੇ ਨੇ, ਵਧੀਆ ਕੋਠੀਆਂ ਪਾ ਕੇ। ਸਾਡੇ ਦਰਿਆ ਦੇ ਇੰਨੇ ਕਿਨਾਰੇ ਜਦੋਂ ਮੀਂਹ ਆਉਂਦਾ ਜਾਂ ਬਾਰਿਸ਼ਾਂ ਪੈਂਦੀਆਂ ਨੇ ਤੇ ਪਿੰਡਾਂ ਦੇ ਪਿੰਡ ਰੁੜੀ ਜਾਂਦੇ ਨੇ। ਵਾਈ ਕਾਂਟ ਦੇ ਸਟ੍ਰੀਮ ਲਾਈਨ ਦੀ ਰਿਵਰਸ? ਕਿੰਨੀ ਜ਼ਮੀਨ ਸਾਡੀ ਫਰਟਾਈਲ ਲੈਂਡ ਜਿਹੜੀ ਉਹ ਰਿਵਰ ਦੇ ਵਿੱਚ ਹੀ ਉਹ ਲੋਕਾਂ ਦੀ ਜ਼ਿਮੀਂਦਾਰ ਜਿਹੜੇ ਨੇ ਵਿਚਾਰੇ ਡਿਸਪਲੇਸ ਹੋ ਗਏ ਨੇ। ਅਗਰ ਉਹਨਾਂ ਦਾ ਫਲੋ ਕੰਟਰੋਲ ਕਰ ਲਈਏ, ਅਗਰ ਅਸੀਂ ਉਹਨਾਂ ਦੇ ਕਿਨਾਰੇ ਉਹਨਾਂ ਦਾ ਕੰਟਰੋਲ ਕਰ ਲਈਏ, ਤੇ ਕਿੰਨੀ ਸਾਡੀ ਫਰਟਾਈਲ ਲੈਂਡ ਜਿਹੜੀ ਆ ਉਹ ਕਲਟੀਵੇਸ਼ਨ ਦੇ ਬਰਾਬਰ ਵਾਸਤੇ ਵੀ ਕੈਨ ਆਪਣਾ ਆ ਸਕਦੀ ਹੈ। ਹਾਂਜੀ। ਕਿੰਨੀਆਂ ਡਿਵੈਲਪਮੈਂਟਾਂ ਹੋ ਸਕਦੀਆਂ। ਇਹਨਾਂ ਵੱਲ ਕੰਮਾਂ ਵੱਲ ਸਾਡੇ ਸਰਕਾਰਾਂ ਦਾ ਧਿਆਨ ਹੀ ਨਹੀਂ, ਸਿਰਫ ਮੰਦਿਰਾਂ ਮਸਜਿਦਾਂ ਗੁਰਦੁਆਰਿਆਂ ਵੱਲ ਹੀ ਰਹਿ ਗਿਆ ਧਿਆਨ। ਹਾਂਜੀ। ਸੋ ਇੱਕ ਨਹੀਂ ਦੋ ਨਹੀਂ ਬੇਟੇ, ਵੀ ਕੈਨ ਸੁਜੈਸਟ ਮੈਨੀ ਥਿੰਗਸ। ਹਰ 6 ਮਹੀਨਿਆਂ ਬਾਅਦ ਰੁੜ ਜਾਂਦੇ ਨੇ ਸਾਡੇ ਲੋਕ ਹੀ। ਕੋਈ ਇੱਥੋਂ ਨਿੱਕੀਆਂ ਨਿੱਕੀਆਂ ਨਦੀਆਂ, ਨਹਿਰ ਟੁੱਟ ਕੇ ਰੁੜ ਜਾਂਦਾ, ਕੋਈ ਦਰਿਆਵਾਂ ਨਾਲ ਟੁੱਟ ਜਾਂਦਾ, ਇਸ ਪਾਸੇ ਕਦੇ ਧਿਆਨ ਹੀ ਨਹੀਂ। ਕੀ ਸਿੱਲੋ ਹੈਗਾ ਇੱਕ ਉਹ? ਜੇ ਅਸੀਂ ਚੰਦਰਮਾ ਤੇ ਹਿੰਦੁਸਤਾਨ ਪਹੁੰਚ ਸਕਦਾ ਹੈ, ਇੱਕ ਅਸੀਂ ਕਣਕ ਦਾ ਸਟੋਰ ਵਾਸਤੇ ਸਿੱਲੋ ਨਹੀਂ ਬਣਾ ਸਕਦੇ? ਵਟ ਸ਼ੇਮ ਇਟ ਇਜ਼। ਸਾਡੇ ਕੋਲ ਅਸੀਂ ਕਹਿੰਦੇ ਅਨਾਜ ਸਾਡਾ ਵਾਧੂ ਹੈ ਤੇ ਅਸੀਂ ਹੁਣ ਉਹ ਨਹੀਂ ਕੰਟਰੋਲ ਕਰਦੇ, ਜ਼ਿਮੀਂਦਾਰ ਮਾਰ ਦਈਏ, ਬੀਜਣਾ ਹੀ ਬੰਦ ਕਰ ਦਈਏ। ਹਾਂਜੀ। ਇਹ ਇੱਕੋ ਦੇਖੋ, ਸਾਡੇ ਕੋਲ ਅੰਬਾਨੀ ਲੱਭ ਮਿਲ ਗਏ, ਸਾਰਾ ਤੇਲ ਸਾਰਾ ਉਹਨਾਂ ਦੇ ਕੋਲ, ਰਿਫਾਈਨਰੀਆਂ ਸਾਰੀਆਂ ਉਹਨਾਂ ਦੇ ਕੋਲ, ਡਿਫੈਂਸ ਸਾਰਾ ਉਹਨਾਂ ਦੇ ਕੋਲ, ਮਿਨਰਲ ਸਾਰੇ ਉਹਨਾਂ ਦੇ ਕੋਲ। ਫਿਰ ਜਿਹੜੀ ਤੁਹਾਡੀ ਪੈਟਰੋਲੀਅਮ ਜਿਹੜੀ ਐਕਸਕੇਵੇਸ਼ਨ ਜਿਹੜੀ ਪੈਟਰੋਲ ਉਹ ਸਾਰਾ ਉਹਨਾਂ ਦੇ ਕੋਲ, ਏਅਰਪੋਰਟਾਂ ਉਹਨਾਂ ਦੇ ਕੋਲ, ਤੇ ਉਹ ਉੱਤੋਂ ਡਿੱਗੇ ਨੇ। ਵੀ ਹੈਵ ਸੀਨ। ਉਹਦਾ ਫਾਦਰ ਕੱਲ੍ਹ ਪਰਸੋਂ ਅਜੇ ਆਪਣਾ ਰੋਟੀ ਕਮਾਉਣ ਦੇ ਲਾਇਕ ਸੀ, ਅੱਜ ਉਹ ਸਾਰੇ ਹਿੰਦੁਸਤਾਨ ਉਹਨੂੰ ਦੇ ਦਿਓ। ਜੇ ਡਿਵੈਲਪਮੈਂਟ ਕੀਤੀ ਸੀ, ਏਅਰਪੋਰਟਾਂ ਬਣਾਈਆਂ ਸੀ, ਜਾਂ ਵੀ ਹੈਵ ਸੀਨ GT ਰੋਡ, ਜਦੋਂ ਇੱਕ ਬੱਸ ਨਿਕਲਦੀ ਹੁੰਦੀ ਸੀ ਜਲੰਧਰੋਂ ਅੰਮ੍ਰਿਤਸਰ ਨੂੰ, ਜੋ ਲੁਧਿਆਣੇ ਜਾਂਦੀ ਸੀ, ਅੱਜ ਉੱਥੇ 6 ਦੇ 6 12 ਗੱਡੀਆਂ ਜਾਣ ਡੀਆਂ, 12 ਲੇਨ ਦੀ ਉਹ GT ਰੋਡ ਬਣ ਗਈ। ਇਹ ਡਿਵੈਲਪਮੈਂਟ ਨਹੀਂ। ਤੁਸੀਂ ਵੀ ਇੰਟਰਵਿਊ ਦੇਣੀ ਹੈ। ਜਿਵੇਂ ਹੁਣ ਕਹਿ ਲਓ ਕਿ ਪੱਛਮੀ ਬੰਗਾਲ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ ਤਾਂ ਕਿਸੇ ਵੀ ਪਾਰਟੀ ਨੂੰ, ਹਾਲਾਂਕਿ ਉਹ ਸਮਰਥਨ ਕਰਦੇ ਵੀ ਨਜ਼ਰ ਨਹੀਂ ਆ ਰਹੇ, ਉਹ ਆਪਣੀ ਜਿਹੜੀ ਕਿਸਾਨੀ ਆਵਾਜ਼ ਬੁਲੰਦ ਕਰ ਰਹੇ ਨੇ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਜਿਹੜੀ ਬੀਜੇਪੀ ਸਰਕਾਰ ਆਂਦੀ ਹੈ ਜਾਂ ਫਿਰ ਕੁਝ ਕਿਸਾਨਾਂ ਦਾ ਕੁਝ ਬਣਦਾ ਹੈ? ਇਹ ਬੇਟੇ, ਦਿਸ ਇਜ਼ ਦੀ ਰਾਈਟ ਵੇ ਟੂ ਐਕਸਪ੍ਰੈਸ, ਟੂ ਸਪਰੈਡ ਆਵਰ ਗ੍ਰੀਵੈਂਸ ਇਨ ਹੋਲ ਇੰਡੀਆ। ਉਹਨਾਂ ਨੂੰ 6 ਮਹੀਨਿਆਂ ਤੋਂ ਪਹਿਲਾਂ 2-3 ਮਹੀਨੇ ਪੰਜਾਬ ਵਿੱਚ ਦੁਖੀ ਰਹੇ, ਕਿਸੇ ਸਰਕਾਰ ਨੇ ਗੱਲ ਨਹੀਂ ਸੁਣੀ। ਇਹ ਡੈਮੋਕ੍ਰੇਸੀ ਆ। ਜੇ ਉੱਥੇ ਦਿੱਲੀ ਵਿੱਚ ਜਾ ਕੇ 2-3 ਮਹੀਨੇ ਤੋਂ ਉੱਪਰ ਹੋ ਗਏ ਨੇ, ਉੱਥੇ ਫਿਰ ਤੇ ਸਰਕਾਰ ਨੇ ਗੱਲ ਨਹੀਂ ਸੁਣੀ। ਕਿਸਾਨ ਤੇ ਸਾਰੇ ਹਿੰਦੁਸਤਾਨ ਵਿੱਚ ਹੀ ਨੇ।
ਜੇ ਬੰਗਾਲ ਵਾਲੇ ਇੱਥੇ ਦਿੱਲੀ ਨਹੀਂ ਆ ਸਕੇ ਜਾਂ ਕੇਰਲਾ ਵੱਲੋਂ ਨਹੀਂ ਆ ਸਕੇ, ਸੋ ਇਹ ਦੇ ਡਿਸਾਈਡਡ ਕਿ ਅਸੀਂ ਹੁਣ ਇਸ ਮੌਕੇ ਦੇ ਉੱਤੇ ਹੁਣ ਸਰਕਾਰ ਨੂੰ ਇਹ ਜੀ ਕਿਸਾਨ ਆਪਣੇ ਦੇ ਵਿਲ ਸ਼ੋ देयर ਐਗਜ਼ਿਸਟੈਂਸ ਵੀ ਅਸੀਂ ਜਿਉਂਦੇ ਹਾਂ। ਸੋ ਉਹਨਾਂ ਨੇ ਜਿੱਥੇ ਜਿੱਥੇ ਇਲੈਕਸ਼ਨਾਂ ਹੋਣੀਆਂ ਜਾ ਕੇ ਉਹਨਾਂ 15 20 ਬੰਦੇ ਜਿਹੜੇ ਚੰਗੇ ਸੀ ਉਹਨਾਂ ਜਾ ਕੇ ਮੈਸੇਜ ਕਨਵੇ ਕੀਤਾ। ਉਹਨਾਂ ਨੇ ਹੋਰ ਨਹੀਂ ਵੀ ਅੱਜ ਅਸੀਂ ਦੁਖੀ ਹਾਂ ਤੇ ਕੱਲ ਤੁਸੀਂ ਵੀ ਸਾਡੇ ਨਾਲ ਹੀ ਹੋ, ਕਿਸਾਨ ਤੇ ਉੱਥੇ ਵੀ ਉਹਨਾਂ ਦਾ ਵੀ ਉਹ ਹਾਲ ਹੋਣਾ। ਦੇ ਆਰ ਸਪਰੈਡਿੰਗ ਦੀ ਮੈਸੇਜ ਹਾਂਜੀ। ਸੋ ਇਸ ਕਰਕੇ ਦੇ ਆਰ ਡੂਇੰਗ ਦੀ ਰਾਈਟ ਵੇ ਪੀਸਫੁਲੀ ਔਰ ਦਿਸ ਮੈਸੇਜ ਇਨਡਾਇਰੈਕਟਲੀ ਗੋਇੰਗ ਟੂ ਦੀ ਹੋਲ ਵਰਲਡ। ਫਾਰਮਿੰਗ ਇਜ਼ ਇਨ ਦੀ ਹੋਲ ਵਰਲਡ। ਸੋ ਇਸ ਕਰਕੇ ਬੜਾ ਅੱਛਾ ਕਰ ਰਹੇ ਨੇ ਐਂਡ ਇਫ ਦੇ ਆਰ ਵਾਈਜ਼ ਐਨਫ ਦੇ ਵਿਲ ਡੈਫੀਨਿਟਲੀ ਲਿਸਨ ਟੂ देयर ਮੈਸੇਜ ਹਾਂਜੀ। ਔਰ ਇਹ ਸਰਕਾਰ ਨੂੰ ਜ਼ਰੂਰ ਇੱਕ ਮੈਸੇਜ ਪਹੁੰਚਾਇਆ ਜਾਵੇਗਾ ਕਿ ਯੂ ਆਰ ਨਾਟ ਦੀ ਕਸਟੋਡੀਅਨਸ ਆਫ ਇੰਡੀਆ, ਪੀਪਲ ਆਫ ਇੰਡੀਆ ਆਰ ਦੀ ਕਸਟੋਡੀਅਨਸ ਆਫ ਇੰਡੀਆ। ਸਰਕਾਰਾਂ ਨਹੀਂ, ਸਰਕਾਰਾਂ ਦੇ ਲੋਕ ਬਣਾਉਂਦੇ ਆ, 5 ਸਾਲ ਹੀ ਬਣਾਉਂਦੇ ਆ ਤੇ ਜੇ ਉਹ ਪਬਲਿਕ ਵਾਸਤੇ ਭਲੇ ਦੀ ਗੱਲ ਨਹੀਂ ਕਰੇ ਕਾਨੂੰਨ ਬਣਾਉਂਦੇ ਤੇ ਕਾਹਦੇ ਵਾਸਤੇ ਉਹਦੇ ਭੇਜੇ ਫਿਰ? ਦੇ ਆਰ ਰੋਂਗ ਪੀਪਲ, ਦੇ ਪੀਪਲ ਹੈਵ ਚੋਜ਼ਨ ਰੋਂਗ ਪੀਪਲ। ਦਿਸ ਦੀ ਰਾਈਟ ਵੇ। ਸਾਨੂੰ ਸੱਦਣ ਅਸੀਂ ਵੀ ਜਾਵਾਂਗੇ ਬੰਗਾਲ ਵਿੱਚ, ਸਾਨੂੰ ਵੀ ਜਿੱਥੇ ਸੱਦਣ ਅਸੀਂ ਵੀ ਜਾਵਾਂਗੇ ਉੱਥੇ ਪੂਰੇ ਹਿੰਦੁਸਤਾਨ। ਅਸੀਂ ਦੇਖੋ ਜੇ ਅਸੀਂ ਆਪਣੀ ਆਮ ਆਦਮੀ ਪਾਰਟੀ ਨਾਲ ਕਨੈਕਟਡ ਹੈਗੇ ਹਾਂ, ਸੱਚ ਪਿੱਛੇ ਡਟੇ ਹਾਂ ਤੇ ਅਸੀਂ ਬੰਗਾਲ ਵਿੱਚ ਜਾ ਕੇ ਵੀ ਸੱਚ ਬੋਲਾਂਗੇ। ਰਾਈਟ ਇਜ਼ ਰਾਈਟ ਤੇ ਰੋਂਗ ਇਜ਼ ਰੋਂਗ ਫॉर ਅਸ। ਜੇ ਗੌਰਮੈਂਟ ਕੋਈ ਚੰਗਾ ਕੰਮ ਤਾਂ ਅਸੀਂ ਤੁਹਾਨੂੰ ਦੱਸ ਦਿੱਤਾ ਵੀ 47 ਤੋਂ ਬਾਅਦ ਚੰਗਾ ਵੀ ਕੀਤਾ ਤੇ ਜਿੱਥੇ ਸਰਕਾਰਾਂ ਗਲਤ ਕਰਦੀਆਂ ਨੇ, ਇਹ ਡੈਮੋਕ੍ਰੇਸੀ ਆ। ਵੀ ਹੈਵ ਦੀ ਰਾਈਟ ਟੂ ਸੇ ਰਾਈਟ ਇਜ਼ ਰਾਈਟ ਤੇ ਰੋਂਗ ਇਜ਼ ਰੋਂਗ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਕਹਿ ਲਓ ਕਿ ਵਿਸ਼ੇ 'ਤੇ ਗੱਲਬਾਤ ਕਰਨ ਲਈ। ਤੁਹਾਡਾ ਕੀ ਕਹਿਣਾ ਹੈ ਕਿ ਜਿਹੜੀ ਆ ਸੋਸ਼ਲ ਮੀਡੀਆ ਕੁਝ ਹੋਰ ਦਿਖਾ ਰਿਹਾ, ਜਿਵੇਂ ਨੈਸ਼ਨਲ ਮੀਡੀਆ ਕੁਝ ਹੋਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਕਿਸ 'ਤੇ ਜ਼ਿਆਦਾ ਯਕੀਨ ਕਰਦੇ? ਮੈਂ ਸੋਸ਼ਲ ਮੀਡੀਆ ਤੇ, ਨੈਸ਼ਨਲ ਮੀਡੀਆ ਮੈਂ ਨਹੀਂ ਦੇਖਦਾ ਬਿਲਕੁਲ ਵੀ। ਪਰ ਕਿਉਂ ਕਰਦੇ ਹੋ ਸੋਸ਼ਲ ਮੀਡੀਆ 'ਤੇ? ਨਿਊਜ਼ ਇੰਡੀਆ, ਲਿਵਿੰਗ ਇੰਡੀਆ ਨਿਊਜ਼ ਹੈ ਜੀ, ਤੇ ਚੜ੍ਹਦੀ ਕਲਾ ਟਾਈਮ ਟੀਵੀ ਜਾਂ ਫਿਰ ਨਿਊਜ਼ 18 ਇਹੀ ਚੈਨਲ ਦੇਖਦਾ ਹਾਂ। ਬਾਕੀ ਸੋਸ਼ਲ ਮੀਡੀਆ ਯੂਜ਼ ਕਰਦਾ, ਮੋਬਾਈਲ ਮੇਰੇ ਕੋਲ ਹੈ, ਮੈਂ ਉਹ ਨੈਸ਼ਨਲ ਮੀਡੀਆ ਨਹੀਂ ਦਿਖਾਉਂਦਾ। ਉਹ ਗੋਦੀ ਮੀਡੀਆ ਹੈ। ਗੋਦੀ ਮੀਡੀਆ ਤੋਂ ਕਿਆ ਦੇਖੂੰਗਾ ਮੈਂ? ਸਾਰਾ ਗਲਤ ਹੀ ਦਿਖਾ ਰਿਹਾ। ਗਲਤ ਮੈਂ ਨਹੀਂ ਦੇਖਣਾ ਚਾਹੁੰਦਾ, ਮੈਂ ਠੀਕ ਦੇਖਣਾ ਚਾਹੁੰਦਾ। ਪਰ ਜਿਵੇਂ ਹੁਣ ਕਿਸਾਨੀ ਮੁੱਦਾ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਉਹ ਕੁਝ ਹੋਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਸ ਤੇ ਤੁਹਾਡਾ ਕੀ ਕਹਿਣਾ? ਨਹੀਂ, ਉਹ ਮੈਂ ਕਿਸਾਨਾਂ ਦੇ ਨਾਲ ਹਾਂ, ਸ਼ੁਰੂ ਤੋਂ ਹੀ ਨਾਲ ਹੈ। ਮੈਂ ਖੁਦ ਕਿਸਾਨ ਹੈ, ਮੈਂ ਕਿਸਾਨਾਂ ਦੇ ਨਾਲ ਹਾਂ। ਉਹ ਕਿਸਾਨਾਂ ਦੇ ਖਿਲਾਫ ਦਿਖਾ ਰਿਹਾ ਨੈਸ਼ਨਲ ਮੀਡੀਆ। ਜਿਹੜਾ ਸੋਸ਼ਲ ਮੀਡੀਆ ਉਹ ਕਿਸਾਨਾਂ ਦੇ ਬਾਰੇ ਠੀਕ ਦਿਖਾ ਰਿਹਾ ਹੈ। ਜੇ ਸੋਸ਼ਲ ਮੀਡੀਆ ਗਲਤ ਦਿਖਾਊਗਾ ਅਸੀਂ ਉਹਦੇ ਨਾਲ ਵੀ ਨਹੀਂ ਰਹਾਂਗੇ। ਤੁਸੀਂ ਵੈਸੇ ਸੋਸ਼ਲ ਮੀਡੀਆ ਦੇਖਦੇ ਹੋ ਜਾਂ ਨੈਸ਼ਨਲ ਮੀਡੀਆ? ਮੋਸਟਲੀ ਸੋਸ਼ਲ ਮੀਡੀਆ ਹੀ ਦੇਖਿਆ ਹੈ, ਕਿਉਂਕਿ ਨੈਸ਼ਨਲ ਮੀਡੀਆ ਤੇ ਸਾਰੇ ਚੈਨਲਾਂ 'ਚ ਪੱਖਪਾਤ ਹੁੰਦਾ ਹੈਗਾ ਕਿ ਇੱਕ ਪਾਸੇ ਦੀਆਂ ਖਬਰਾਂ ਦਿਖਾਉਂਦੇ ਹੋ। ਜਨਰਲ ਜਿਹੜੀਆਂ ਆਮ ਲੋਕਾਂ ਦੇ ਵਾਸਤੇ ਸਮਝ ਸਕਦੇ ਆਪਾਂ ਜ਼ਰੂਰੀ ਹੁੰਦੀਆਂ ਜਾਂ ਸਾਨੂੰ ਉਸ ਬਾਰੇ ਕੋਈ ਨੌਲੇਜ ਹੋਣੀ ਚਾਹੀਦੀ ਹੈ, ਉਸ ਬਾਰੇ ਉਹਨਾਂ 'ਚ ਬਹੁਤ ਘੱਟ ਵਹਾਇਆ ਜਾਂਦਾ। ਪਰ ਜਿਵੇਂ ਹੁਣ ਇਹ ਕਿਸਾਨੀ ਮੁੱਦਾ ਚੱਲ ਰਿਹਾ ਤੇ ਕਿਸਾਨ ਜਿਹੜੇ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਨੇ, ਉੱਥੇ ਹੀ ਹੁਣ ਪੱਛਮੀ ਬੰਗਾਲ ਦੇ ਵਿੱਚ ਵੀ ਕਿਸਾਨ ਪਹੁੰਚ ਚੁੱਕੇ ਨੇ। ਹੁਣ ਨੈਸ਼ਨਲ ਮੀਡੀਆ ਕੁਝ ਹੋਰ ਦਿਖਾ ਰਿਹਾ ਤੇ ਸੋਸ਼ਲ ਮੀਡੀਆ ਤੇ ਕੁਝ ਹੋਰ ਦਿਖਾਇਆ ਜਾ ਰਿਹਾ, ਇਸ ਤੇ ਤੁਹਾਡਾ ਕੀ ਕਹਿਣਾ? ਅਸੀਂ ਕਹਿੰਦੇ ਜੀ ਵੀ ਸਾਨੂੰ ਨੈਸ਼ਨਲ ਮੀਡੀਆ ਤੇ ਤਾਂ ਆਮ ਲੋਕਾਂ ਦਾ ਵਿਸ਼ਵਾਸ ਹੀ ਖਤਮ ਹੋ ਗਿਆ, ਕਿਉਂਕਿ ਉਹਨਾਂ 'ਚੋਂ 99% ਜਿਹੜੇ ਚੈਨਲ ਹੈ ਉਹ ਵਿਕ ਚੁੱਕੇ ਆ। ਉਹ ਤੇ ਉਹਨਾਂ ਨੇ ਸਿਰਫ ਇੱਕ ਪਾਸਾ ਹੀ ਦਿਖਾਉਣਾ ਹੈਗਾ, ਜਿਹੜਾ ਕਿ ਕਿਸਾਨਾਂ ਦੇ ਵਿਰੁੱਧ ਜਾਂਦਾ ਹੈ ਜਾਂ ਆਮ ਲੋਕਾਂ ਦੇ ਖਿਲਾਫ ਜਾਂਦਾ ਹੈਗਾ। ਇਸ ਕਰਕੇ ਸਾਨੂੰ ਜਾਂ ਖਾਸ ਤੌਰ ਤੇ ਸਾਡੇ ਵਰਗੇ ਆਮ ਲੋਕਾਂ ਨੂੰ ਅਤਬਾਰ ਖਤਮ ਹੋ ਚੁੱਕਿਆ ਹੈਗਾ। ਤੇ ਸੋਸ਼ਲ ਮੀਡੀਆ ਤੇ ਵੀ ਸਾਰਾ ਕੁਝ ਹੀ ਠੀਕ ਨਹੀਂ ਹੁੰਦਾ, ਉਸ 'ਚ ਵੀ ਕੁਝ ਵਧਾ ਚੜਾ ਕੇ ਗੱਲਾਂ ਕਹੀਆਂ ਹੁੰਦੀਆਂ, ਕੁਝ ਉਹਨਾਂ ਦੇ ਟਾਈਟਲ ਹੋਰ ਹੁੰਦੇ ਆ, ਅੰਦਰ ਕੁਝ ਹੋਰ ਹੁੰਦਾ। ਇਹਦੇ ਕਰਕੇ ਬੜੀ ਮਾਯੂਸੀ ਹੁੰਦੀ ਹੈ ਤੇ ਹੌਲੀ ਹੌਲੀ ਉਹਦਾ ਆਮ ਬੰਦੇ ਦਾ ਰੁਝਾਨ ਵੀ ਘਟਦਾ ਉੱਧਰੋਂ। ਫਿਰ ਤੁਸੀਂ ਇਸ ਤੇ ਕੀ ਕੁਝ ਕਹਿਣਾ ਚਾਹੁੰਦੇ ਹੋ ਕਿ ਕਿਵੇਂ ਦਾ ਕੁਝ ਤੁਹਾਨੂੰ ਪੇਸ਼ ਕੀਤਾ ਜਾਵੇ ਜਾਂ ਫਿਰ ਕੀ ਕੁਝ ਸੱਚ ਦਿਖਾਇਆ ਜਾਵੇ? ਜੀ ਸੱਚ ਤੇ ਹੁਣ ਦੇਖੋ, ਜੋ ਆਮ ਦੇਸ਼ ਦੀ ਸੱਚਾਈ ਹੈ ਉਹ ਤੇ ਤਕਰੀਬਨ ਹਰ ਇੱਕ ਬੰਦੇ ਨੂੰ ਪਤਾ ਹੀ ਹੈ, ਤੇ ਇਹ ਵੀ ਪ੍ਰੋਪੇਗੈਂਡਾ ਕਰਕੇ ਤੁਸੀਂ ਉਸ ਨੂੰ ਵਧਾ ਚੜਾ ਕੇ ਦੱਸ ਸਕਦੇ ਹੋ ਜਾਂ ਗੁੰਮਰਾਹ ਕਰ ਸਕਦੇ ਹੋ ਕਿਸੇ ਹੱਦ ਤੱਕ। ਪਰ ਉਸ ਦੇ ਬਾਵਜੂਦ ਹਰ ਇੱਕ ਬੰਦਾ ਇਸ ਵੇਲੇ ਇੰਨੀ ਕੁ ਨੌਲੇਜ ਤਾਂ ਰੱਖਦਾ ਹੈ ਕਿ ਉਹ ਸਮਝ ਜਾਂਦਾ ਵੀ ਇਹ ਕੀ ਹੋ ਰਿਹਾ, ਤੇ ਜਾਂ ਇਸ ਵੇਲੇ ਆਪਣੇ ਰਾਜਨੀਤੀ ਦਾ
ਤੇ ਖਾਸ ਤੌਰ ਤੇ ਕਾਰਪੋਰੇਟਸ ਦਾ ਜਾਂ ਕਹਿ ਲਓ ਆਮ ਲੋਕਾਂ 'ਚ ਆਪਣੇ ਸੈਲਫਿਸ਼ਨੈਸ ਦਾ ਕਿੰਨਾ ਪ੍ਰਭਾਵ ਹੈਗਾ ਕਿ ਅਸੀਂ ਦੇਖਦੇ ਹਾਂ ਵੀ ਸਾਡਾ ਕਿੱਥੇ ਫਾਇਦਾ ਹੁੰਦਾ ਹੈਗਾ ਜਾਂ ਸਾਨੂੰ ਕੁਝ ਫਰਕ ਪੈ ਰਿਹਾ ਕਿ ਨਹੀਂ ਪੈ ਰਿਹਾ, ਜਦ ਕਿ ਕਿਸਾਨ ਅੰਦੋਲਨ ਦਾ ਅਸਲੀ ਮਤਲਬ ਇਹ ਹੈ ਕਿ ਉਹਦਾ ਫਰਕ ਕੱਲ੍ਹ ਨੂੰ ਸਭ ਨੂੰ ਪੈਣਾ ਹੈ ਜੇ ਕਿਤੇ ਉਹ ਲਾਗੂ ਹੋ ਸਕਦਾ ਹੋ ਵੀ ਜਾਣ, ਕਿਉਂਕਿ ਸਰਕਾਰ ਇਸ ਗੱਲੋਂ ਬਿਲਕੁਲ ਹੀ ਮਤਲਬ ਕਿ ਅੜੀ ਬੈਠੀ ਹੈ ਤੇ ਉਹ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਕਿਸੇ ਚੀਜ਼ ਦਾ ਵੀ ਟਾਈਮ ਹੁੰਦਾ ਹੈ। ਜਿਉਂ ਕੋਈ ਚੀਜ਼ ਦਾ ਟਾਈਮ ਲੰਘਦਾ ਹੈ ਤੇ ਲੋਕਾਂ ਦਾ ਧਿਆਨ ਵੀ ਤੋਂ ਉੱਧਰੋਂ ਹਟਦਾ ਹੈ। ਬੇਸ਼ੱਕ ਇਹ ਗੱਲ ਇਸ ਅੰਦੋਲਨ 'ਤੇ ਲਾਗੂ ਨਹੀਂ ਹੁੰਦੀ ਕਿਉਂਕਿ ਲੋਕ ਅਜੇ ਵੀ ਬਹੁਤ ਨਾਲ ਹੈ, ਪਰ ਜਿੱਥੇ ਤੱਕ ਆਮ ਬੰਦੇ ਨਾ ਜੇ ਸਮਝਣ ਕਿ ਇਹਨਾਂ ਦਾ ਫਰਕ ਸਾਨੂੰ ਵੀ ਪਏਗਾ, ਜਿਵੇਂ ਕਿ ਇਹਦਾ ਲੌਂਗ ਰਨ ਸਾਨੂੰ ਮਾਲ ਤੇ ਸਮਾਨ ਲੈਣਾ ਪੈ ਗਿਆ, ਫਿਰ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋਏਗਾ। ਤੁਸੀਂ ਜ਼ਿਆਦਾ ਸੋਸ਼ਲ ਮੀਡੀਆ ਦੇਖਦੇ ਹੋ ਜਾਂ ਨੈਸ਼ਨਲ ਮੀਡੀਆ? ਦੋਨੋਂ ਹੀ, ਕੀ ਰੀਜ਼ਨ ਹੈ ਦੋਨੋਂ ਦੇਖਣ ਦਾ? ਕਿਉਂਕਿ ਸੋਸ਼ਲ ਔਰ ਜਿਹੜਾ ਦੂਸਰਾ ਮੀਡੀਆ ਹੈ ਦੋਨੋਂ ਦੇ ਵਿੱਚ ਖਬਰਾਂ ਦਾ ਡਿਫਰੈਂਸ ਹੁੰਦਾ ਹੈ। ਜਿਵੇਂ ਸਟੇਟ ਲੈਵਲ ਦੇ ਆਪਾਂ ਕੋਈ ਗੱਲਬਾਤ ਕਰ ਰਹੀਏ ਤਾਂ ਫਿਰ ਸਾਨੂੰ ਜਿਹੜਾ ਹੈ ਸੋਸ਼ਲ ਦੇਖਣਾ ਜ਼ਰੂਰੀ ਹੋ ਜਾਂਦਾ ਹੈ। ਨੈਸ਼ਨਲ ਦੇ ਵਿੱਚ ਜਿਹੜੀਆਂ ਮਲਟੀ ਖਬਰਾਂ ਜਿਹੜੀਆਂ ਨੇ ਉਹ ਦਿਖਿਆ ਜਾਂਦੀਆਂ ਨਾ, ਇੰਟਰਨੈਸ਼ਨਲ ਨੈਸ਼ਨਲ ਸਾਰੀਆਂ ਖਬਰਾਂ ਆ ਜਾਂਦੀਆਂ ਨਾ, ਇਹਦੇ ਵਾਸਤੇ ਦੋਨੋਂ ਦੇਖਣਾ ਜ਼ਰੂਰੀ ਨਾ, 50-50 ਹੈ। ਠੀਕ ਹੈ, ਪਰ ਜਿਵੇਂ ਹੁਣ ਕਹਿ ਲਓ ਕਿ ਕਿਸਾਨੀ ਮੁੱਦਾ ਚੱਲ ਰਿਹਾ ਹੈ, ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ, ਉੱਥੇ ਹੀ ਪੱਛਮੀ ਬੰਗਾਲ ਦੇ ਵਿੱਚ ਵੀ ਕਿਸਾਨ ਜਾ ਰਹੇ ਨੇ, ਕਹਿ ਲਓ ਕਿ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਦੇ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ ਜਿਹੜਾ ਨੈਸ਼ਨਲ ਮੀਡੀਆ ਇਸ ਚੀਜ਼ ਨੂੰ ਦਿਖਾ ਰਿਹਾ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਨੈਸ਼ਨਲ ਮੀਡੀਆ ਵੀ ਅਸੀਂ ਦੇਖਦੇ ਹਾਂ, ਤਾਂ ਫਿਰ ਕੀ ਲੱਗਦਾ ਹੈ ਕਿ ਉਹ ਚੀਜ਼ ਦਿਖਾ ਰਹੇ ਨੇ? ਨੈਸ਼ਨਲ ਵਾਲਿਆਂ ਦਾ ਹੈ ਕਿ ਹੁਣ ਥੋੜ੍ਹਾ ਜਿਹਾ ਉਹਨਾਂ ਦਾ ਰੁਝਾਨ ਹਲਕਾ ਜਿਹਾ ਹੋਇਆ, ਨਹੀਂ ਤਾਂ ਪਹਿਲੇ ਤਾਂ ਬਿਲਕੁਲ ਹੀ ਉਹ ਬਲੌਕ ਕਰਕੇ ਬੈਠੇ ਹੋਏ ਤੇ। ਹੁਣ ਜਦ ਪ੍ਰੈਸ਼ਰ ਪਿਆ ਆ ਇਹਨਾਂ ਨੂੰ ਪਬਲਿਕ ਦਾ, ਫਿਰ ਥੋੜ੍ਹਾ ਜਿਹਾ ਹਲਕਾ ਜਿਹਾ ਉਹਨਾਂ ਦਾ 10% ਕੋਈ ਜ਼ਿਆਦਾ ਨਹੀਂ ਰੁਝਾਨ ਉਹਨਾਂ ਦਾ ਅਜੇ ਵੀ ਬਣਿਆ ਹੈ ਜਾ ਕੇ, ਪਰ 10% ਜਿਹੜੇ ਨੂੰ ਹੁਣ ਉਹ ਦਿਖਾਉਣ ਲੱਗੇ ਉਹ ਗਲਤ ਹੈ ਉਹਨਾਂ ਵਾਸਤੇ। ਉਹਨਾਂ ਨੂੰ 100% ਦਿਖਾਉਣਾ ਜ਼ਰੂਰੀ ਹੈ। ਮੀਨਸ ਤੁਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਹੋ ਤੇ ਸੁਚੇਤ ਵੀ ਕਰਦੇ ਕਿ ਖਬਰ ਜਿਹੜੀ ਹੈ ਕਿਸੇ ਵੀ ਸਟੇਟ ਦੀ ਹੋਵੇ ਜਾਂ ਕਿਸੇ ਵੀ ਮੁੱਦੇ ਦੀ ਹੈ ਖਬਰ, ਉਹ ਉਹਨਾਂ ਨੂੰ ਨਿਰਪੱਖ ਹੋ ਕੇ ਦਿਖਾਉਣਾ ਚਾਹੀਦਾ। ਉਹਨਾਂ ਨੂੰ ਜਿਹੜਾ ਹੈ ਕਿਸੇ ਨੂੰ ਵੀ ਜਿਹੜਾ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਗੁਲਾਮ ਹੋ ਕੇ ਜਿਹੜਾ ਹੈ ਕੰਮ ਨਹੀਂ ਕਰਨਾ ਚਾਹੀਦਾ। ਹਰ ਪਾਰਟੀ ਨੂੰ ਬਰਾਬਰ ਦੇਖਣਾ ਚਾਹੀਦਾ ਔਰ ਹਰ ਮੁੱਦੇ ਨੂੰ ਜਿਹੜਾ ਹੈ ਉਹਨੂੰ ਜਿਹੜਾ ਧਿਆਨ ਦੇਣਾ ਜ਼ਰੂਰੀ ਹੈ। ਕਿਉਂਕਿ ਜਿਹੜਾ ਹੁਣ ਕਿਸਾਨ ਦਾ ਮੁੱਦਾ ਅਜੇ 3 ਮਹੀਨੇ ਤੋਂ ਉੱਪਰ ਹੋ ਗਏ ਨਾ, ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਹੱਲ ਕੱਢ ਕੇ ਜਿਹੜਾ ਹੈ, ਕਿਉਂਕਿ ਫਸਲ ਖੜੀ ਹੈ ਵਿਚਾਰੇ ਕਿਸਾਨਾਂ ਦੀ, ਉਹਨਾਂ ਨੇ ਬੀਜੀ ਹੋਈ ਹੈ, ਹੁਣ ਕੱਟਣ ਦਾ ਟਾਈਮ ਆ ਗਿਆ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਿਉਂਕਿ ਜੇ ਪਬਲਿਕ ਦੇ ਕੰਮ ਸਰਕਾਰਾਂ ਨਹੀਂ ਕਰਨਗੀਆਂ ਤਾਂ ਹੋਰ ਕੌਣ ਕਰੂਗਾ? ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੋਦੀ ਸਰਕਾਰ ਨੂੰ ਕਾਨੂੰਨਾਂ ਬਾਰੇ? ਮੈਂ ਤਾਂ ਮੋਦੀ ਸਰਕਾਰ ਨੂੰ ਇਹੀ ਅਪੀਲ ਜਲਦੀ ਤੋਂ ਜਲਦੀ ਕਰਨਾ ਚਾਹੁੰਦਾ ਕਿ ਕਿਸਾਨਾਂ ਦਾ ਜਿਹੜਾ ਆ ਮਸਲਾ ਬੈਠ ਕੇ ਜਿਹੜਾ ਆ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਉਹ ਵਿਚਾਰੇ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਘਰ ਬੈਠਣ, ਆਪਣੀਆਂ ਫਸਲਾਂ ਦੇ ਬਾਰੇ 'ਚ, ਆਪਣੀ ਖੇਤੀ ਦੇ ਬਾਰੇ 'ਚ ਵਿਚਾਰ ਕਰਨ। ਕਿਉਂਕਿ ਕਿਸਾਨਾਂ ਨਾਲ ਹੀ ਜਦ ਅਸੀਂ ਕਹਿ ਦਿੰਦੇ ਕਿ ਇਹ ਸਾਡਾ ਅੰਨਦਾਤਾ ਹੈ ਤਾਂ ਦਾਤੇ ਦਾ ਜਦ ਅਸੀਂ ਉਹਨੂੰ ਪਰਪਕਸ਼ ਦੇ ਦਿੰਦੇ ਨਾ ਤਾਂ ਸਾਨੂੰ ਦਾਤਾ ਉਹਨੂੰ ਸਮਝਣਾ ਵੀ ਚਾਹੀਦਾ। ਇਹ ਨਹੀਂ ਕਿ ਸ਼ਬਦਾਂ ਦੇ ਵਿੱਚ ਹੀ ਬੋਲ ਕੇ ਦਾਤਾ ਬਣ ਜਾਵੇ, ਉਹਨੂੰ ਅਸਲੀ ਰੂਪ 'ਚ ਹੀ ਦਾਤਾ ਮੰਨੋ ਫਿਰ ਜਾ ਕੇ। ਕਿਉਂਕਿ ਉਹਨਾਂ ਜੇ ਮਸਲਾ ਹੱਲ ਹੋਊਗਾ ਤਾਂ ਸਮਝ ਲਓ ਉਹਨਾਂ ਦਾਤਾ ਮੰਨ ਲਿਆ ਆ, ਕਹਿੰਦਾ ਜੇ ਅਜੇ ਲਟਕਾਈ ਫਿਰਦੇ ਨਾ ਤਾਂ ਫਿਰ ਉਹ ਦਾਤਾ ਨਹੀਂ, ਉਹ ਫਿਰ ਇੱਕ ਆਕਾਸ਼ੀ ਸਬਜ਼ੀ। ਇਹ ਸੀ ਸਾਡੇ ਨਾਲ ਕੁਝ ਲੋਕ ਜਿਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਦੇ ਵਿੱਚ ਕੀ ਕੁਝ ਅੰਤਰ ਹੈ। ਜ਼ਿਆਦਾਤਰ ਉਹਨਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਹੈ ਜਿਹੜਾ ਉਹ ਸੱਚ ਦਿਖਾ ਰਿਹਾ ਹੈ ਜਾਂ ਫਿਰ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਯਕੀਨ ਕਰਦੇ ਨੇ। ਦੂਸਰੇ ਪਾਸੇ ਜੇ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਨੈਸ਼ਨਲ ਮੀਡੀਆ ਅਸਲ ਮੁੱਦਿਆਂ ਤੋਂ ਭਟਕ ਕੇ ਸਾਨੂੰ ਕੁਝ ਹੋਰ ਸੱਚਾਈ ਜਿਹੜੀ ਆ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਸ ਤੇ ਉਹਨਾਂ ਨੂੰ ਯਕੀਨ ਵੀ ਜਿਹੜਾ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਪਰ ਅਸੀਂ ਤੁਹਾਡਾ ਇਸ ਬਾਰੇ ਹੋਰ ਕੀ ਕੁਝ ਕਹਿਣਾ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਤੇ ਅਜਿਹੇ ਹੋਰ ਅਪਡੇਟਸ ਦੇਖਣ ਲਈ ਤੁਸੀਂ ਦੇਖਦੇ ਰਹੋ ਵੌਇਸ ਆਫ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।